ਤੇ ਕਿਸ ਤਰ੍ਹਾਂ ਪ੍ਰਭੂ ਨੇ ਸਾਦਮ ਔਰ ਗਮੋਰਾ ਦੇ ਵਿੱਚ ਆਪਣਾ ਕੰਮ ਕੀਤਾ। ਸਾਦਮ ਔਰ ਗਮੋਰਾ ਜਿਸ ਵੇਲੇ ਅਸੀਂ ਇਹਨਾਂ ਦੋ ਸ਼ਹਿਰਾਂ ਦੇ ਬਾਰੇ ਪੜ੍ਹਦੇ ਹਾਂ ਤਾਂ ਮੋਸਟਲੀ ਅਸੀਂ ਕੀ ਕਰਦੇ ਹਾਂ ਕਿ ਅਸੀਂ ਸਿਰਫ ਇਹਨਾਂ ਸਜ਼ਾਵਾਂ ਤੇ ਧਿਆਨ ਦਿੰਦੇ ਹਾਂ ਕਿ ਉਹਨਾਂ ਨੂੰ ਸਜ਼ਾ ਮਿਲੀ, ਉਹ ਮਾਰੇ ਗਏ, ਲੇਕਿਨ ਅਸੀਂ ਪ੍ਰਭੂ ਦੀ ਬਰਕਤ ਨਹੀਂ ਦੇਖਦੇ ਕਿਉਂਕਿ ਅਸੀਂ ਸਾਡਾ ਧਿਆਨ ਸਿਰਫ ਅੱਗ ਦੇ ਵਿੱਚ ਫਸ ਕੇ ਰਹਿ ਜਾਂਦਾ। ਜਿਸ ਤਰ੍ਹਾਂ ਕਿ ਮੇਰੀ ਜਿਹੜੀ ਆਪਣੇ ਲਈ ਜਿਹੜੀ ਮੇਰੀ ਸਭ ਤੋਂ ਬਾਈਬਲ ਦੇ ਵਿੱਚ ਜਿਹੜੀ ਵਰਸ ਮੈਨੂੰ ਚੰਗੀ ਲੱਗਦੀ ਆ ਪ੍ਰਭੂ ਦੇ ਨੇਚਰ ਦੇ ਉੱਤੇ ਆ ਕਿ ਪ੍ਰਭੂ ਕੌਣ ਆ, ਜਿਸ ਲਈ ਉਸਨੇ ਮੂਸਾ ਨੂੰ ਨੇ ਪੁੱਛਿਆ ਸੀ ਕਿ ਤੂੰ ਮੈਨੂੰ ਆਪਣੀ ਮਹਿਮਾ ਦਿਖਾ ਕਿ ਤੂੰ ਕਿੱਦਾਂ ਦਾ ਪਰਮੇਸ਼ਰ ਆ, ਤੂੰ ਕਿੱਦਾਂ ਇੰਨੀਆਂ ਚ ਇੰਨਾ ਕੁਛ ਝੱਲੀ ਚਲੀ ਜਾਂਦਾ। ਅਸੀਂ ਮੂਰਖਤਾ ਤੋਂ ਬਾਅਦ ਮੂਰਖਤਾ ਕਰਦੇ ਆ ਰਹੇ, ਤੂੰ ਸਾਨੂੰ ਬਰਕਤ ਤੋਂ ਬਾਅਦ ਬਰਕਤ ਦਿੰਦਾ ਤੁਰਿਆ ਆ ਰਹੀ, ਤੂੰ ਕਿੱਦਾਂ ਇਹਨਾਂ ਸਾਰੀਆਂ ਸਾਡੀ ਇੰਨੀ ਮੂਰਖਤਾ ਤੂੰ ਕਿੱਦਾਂ ਚੱਲੀ, ਮੈਨੂੰ ਆਪਣੀ ਮਹਿਮਾ ਦਿਖਾ। ਤਾਂ ਉਸਨੇ ਕਿਹਾ ਸੀ, ਉੱਥੇ ਉਸਨੇ ਆਪਣਾ ਨਾਮ ਦੱਸਿਆ ਸੀ ਕਿ ਮੈਂ ਕੌਣ। ਉਸਨੇ ਸਵਰਗ ਦੇ ਫਰਿਸ਼ਤੇ ਨਹੀਂ ਦਿਖਾਏ, ਸਵਰਗ ਨਹੀਂ ਦਿਖਾਇਆ, ਉਸਨੇ ਆਪਣੀ ਉਹ ਪਿੱਠ ਦਿਖਾਈ ਜਿਹੜੀ ਛਿੱਲੀ ਹੋ ਸੀ। ਉੱਥੇ ਉਸਨੇ ਦਿਖਾਇਆ ਕਿ ਮੈਂ ਕੌਣ। ਔਰ 34ਵੇਂ ਚੈਪਟਰ ਦੇ ਵਿੱਚ ਅਸੀਂ ਜਿਸ ਲਈ ਜਾਣਦੇ ਹਾਂ ਤੇ ਉੱਥੇ ਪ੍ਰਭੂ ਨੇ ਆਪਣਾ ਕੂਚ ਦਾ 34ਵਾਂ ਭਾਵ ਉਸ ਦੀਆਂ ਥੋੜੀਆਂ ਜਿਹੀਆਂ ਆਇਤਾਂ ਅਸੀਂ ਪੜਾਂਗੇ, ਪਰ ਫਿਰ ਵਾਪਸ ਅਸੀਂ ਆਪਣੇ ਪ੍ਰਭੂ ਦੇ ਵਚਨ ਦੇ ਵਿੱਚ ਆਵਾਂਗੇ। ਤੇ ਉੱਥੇ ਵੀ ਜਿਹੜਾ ਸਾਡਾ ਜਿਹੜਾ ਧਿਆਨ ਆ ਨਾ, ਉਹ ਸਿਰਫ ਇੱਕ ਵਰਸ ਤੇ ਹੀ ਚਲ ਜਾਂਦਾ, ਬਾਕੀ ਦੀਆਂ ਜਿਹੜੀ ਪ੍ਰਭੂ ਦੀਆਂ ਬਰਕਤਾਂ ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ। ਔਰ ਜਿਸ ਲਈ ਅਸੀਂ 34ਵੇਂ ਭਾਵ ਦੇ ਵਿੱਚ ਆਉਂਦੇ ਹਾਂ ਤਾਂ ਸਫਾ 128 ਹੈ ਜੀ। ਹਾਂਜੀ 128 ਸਫਾ। ਹਾਂ, ਸੋ ਕੋਈ ਜਾਣਾ ਇਸ ਦੀ 1 ਤੋਂ ਲੈ ਕੇ 9 ਆਇਤ ਤੱਕ ਜਿਹਨੂੰ ਮੈਂ ਪੜ੍ਹ ਦਿੰਦਾ ਪਾਸਟਰ ਜੀ। ਸਾਰਿਆਂ ਨੂੰ ਜੈ ਮਸੀਹ ਦੀ। ਪੱਟੀਆਂ ਦਾ ਫਿਰ ਲਿਖਿਆ ਜਾਣਾ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਹੁਣ ਫਿਰ ਪਹਿਲੇ ਵਰਗੀਆਂ ਪੱਥਰ ਦੀਆਂ 2 ਪੱਟੀਆਂ ਕੱਟ ਕੇ ਤਿਆਰ ਕਰ ਜੋ ਤੂੰ ਤੋੜ ਦਿੱਤੀਆਂ ਹਨ। ਮੈਂ ਉਹਨਾਂ ਉੱਤੇ ਪਹਿਲੇ ਵਾਲੀਆਂ ਗੱਲਾਂ ਫਿਰ ਲਿਖਾਂਗਾ। ਤੂੰ ਕੱਲ ਅੰਮ੍ਰਿਤ ਵੇਲੇ ਤਿਆਰ ਹੋ ਕੇ ਮੇਰੇ ਕੋਲ ਸੀਨੇ ਪਹਾੜ ਦੀ ਚੋਟੀ ਤੇ ਫਿਰ ਆ ਜਾ। ਧਿਆਨ ਰੱਖਣਾ ਕਿ ਤੇਰੇ ਨਾਲ ਕੋਈ ਦੂਜਾ ਮਨੁੱਖ ਪਹਾੜ ਤੇ ਨਾ ਆਵੇ ਅਤੇ ਨਾ ਹੀ ਕੋਈ ਇਸ ਦੇ ਲਾਗੇ ਦਿਖਾਈ ਦੇਵੇ, ਇੱਥੋਂ ਤੱਕ ਕਿ ਕੋਈ ਪਸ਼ੂ ਪਹਾੜ ਦੇ ਹੇਠਾਂ ਤੱਕ ਚੁਗੇ ਨਾ। ਸੋ ਮੂਸਾ ਨੇ ਪਹਿਲੇ ਵਰਗੀਆਂ ਹੀ ਪੱਥਰ ਦੀਆਂ 2 ਪੱਟੀਆਂ ਕੱਟ ਕੇ ਬਣਾਈਆਂ ਅਤੇ ਪ੍ਰਭੂ ਦੀ ਆਗਿਆ ਅਨੁਸਾਰ ਉਹਨਾਂ ਨੂੰ ਲੈ ਕੇ ਪਹਾੜ ਤੇ ਚੜ ਗਿਆ। ਤਦ ਪ੍ਰਭੂ ਬੱਦਲ ਦੇ ਵਿੱਚ ਆ ਕੇ ਮੂਸਾ ਕੋਲ ਖਲੋ ਗਿਆ। ਉਸਨੇ ਆਪਣਾ ਨਾਮ ਪ੍ਰਭੂ ਕਰਕੇ ਲਿਆ। ਫਿਰ ਪ੍ਰਭੂ ਉਸ ਦੇ ਅੱਗਿਓਂ ਦੀ ਇਹ ਕਹਿੰਦਾ ਹੋਇਆ ਲੰਘਿਆ, ਮੈਂ ਪ੍ਰਭੂ ਹਾਂ ਜੋ ਦਿਆਲੂ, ਕਿਰਪਾਲੂ, ਗੁੱਸਾ ਕਰਨ ਵਿੱਚ ਮੱਠਾ ਅਤੇ ਧੀਰਜ ਰੱਖਣ ਵਾਲਾ, ਪਿਆਰ ਅਤੇ ਸੱਚਾਈ ਨਾਲ ਅਤ ਭਰਪੂਰ, ਪ੍ਰਭੂ ਪਰਮੇਸ਼ਰ ਜੋ ਹਜ਼ਾਰਾਂ ਤੇ ਦਇਆ ਕਰਦਾ, ਉਹਨਾਂ ਦੇ ਅਪਰਾਧ ਤੇ ਮਾਫ ਕਰਨ ਵਾਲਾ, ਪਰ ਮਾਪਿਆਂ ਤੇ ਪਰਦਾਦਿਆਂ ਦੇ ਪਾਪਾਂ ਦਾ ਬੱਚਿਆਂ ਤੋਂ ਬਦਲਾ ਲੈਣ ਵਾਲਾ। ਸੋ ਮੂਸਾ ਨੇ ਤੁਰੰਤ ਧਰਤੀ ਤੇ ਮੂੰਹ ਭਾਰ ਹੋ ਪ੍ਰਭੂ ਨੂੰ ਮੱਥਾ ਟੇਕਿਆ ਤੇ ਕਿਹਾ, ਪ੍ਰਭੂ ਜੇਕਰ ਸੱਚਮੁੱਚ ਮੇਰੇ ਤੇ ਤੇਰੀ ਕਿਰਪਾ ਦ੍ਰਿਸ਼ਟੀ ਹੈ ਤਾਂ ਤੂੰ ਸਾਡੇ ਸੰਗ ਚੱਲ। ਇਹ ਮੇਰੀ ਤੇਰੇ ਅੱਗੇ ਬੇਨਤੀ ਹੈ। ਬੇਸ਼ੱਕ ਅਸੀਂ ਹੱਠੀ ਲੋਕ ਹਾਂ, ਪਰ ਤੂੰ ਸਾਡੇ ਅਪਰਾਧ ਮਾਫ ਕਰ ਅਤੇ ਸਾਨੂੰ ਆਪਣਾ ਵਿਰਸਾ ਬਣਾ ਲੈ। ਸਾਰਿਆਂ ਨੂੰ ਜੈ ਮਸੀਹ ਦੀ। ਪੜ੍ਹੇ ਸੁਣੇ ਜਾਣ ਤੇ ਅਸ਼ੀਸ਼ ਬਰਕਤ ਮਿਲੇ। ਥੈਂਕ ਯੂ। ਸੋ ਜਿਸ ਲਈ ਅਸੀਂ 33ਵੇਂ ਭਾਵ ਦੀ 19ਵੀਂ ਆਇਤ ਦੇ ਵਿੱਚ ਆਉਂਦੇ, ਉੱਥੇ 2 ਆਇਤਾਂ ਜਿਹੜੀਆਂ ਪੜ੍ਹਨ ਵਾਲੀਆਂ। ਤੇ ਮੂਸਾ ਨੇ 18ਵੀਂ ਆਇਤ ਚ ਕਿਹਾ, ਪ੍ਰਭੂ ਨੂੰ ਕਿਹਾ, ਕਿਰਪਾ ਕਰਕੇ ਮੈਨੂੰ ਆਪਣੀ ਮਹਿਮਾ ਦੇ ਦਰਸ਼ਨ ਕਰਵਾ। ਪ੍ਰਭੂ ਨੇ ਮੂਸਾ ਨੂੰ ਉੱਤਰ ਦਿੱਤਾ, ਮੈਂ ਆਪਣੀ ਪੂਰੀ ਮਹਿਮਾ ਨਾਲ ਤੇਰੇ ਅੱਗਿਓਂ ਦੀ ਲੰਘਾਂਗਾ ਅਤੇ ਆਪਣੇ ਪਵਿੱਤਰ ਨਾਂ ਨੂੰ ਪ੍ਰਗਟ ਕਰਾਂਗਾ। ਮੈਂ ਪ੍ਰਭੂ ਹਾਂ, ਮੈਂ ਕਿਰਪਾਲੂ ਹਾਂ ਅਤੇ ਆਪਣਿਆਂ ਚੁਣਿਆ ਹੋਇਆਂ ਤੇ ਦਇਆ ਕਰਦਾ। ਸੋ ਇਹ ਪ੍ਰਭੂ ਆ ਜਿਹੜਾ ਸਾਡੇ ਨਾਲ ਚੱਲਦਾ।
ਪਰ ਤੁਸੀਂ ਇੱਥੇ ਇੱਕ ਚੀਜ਼ ਨੂੰ ਬੜੇ ਧਿਆਨ ਦੇ ਨਾਲ ਦੇਖਿਓ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਸਭ ਤੋਂ ਵੱਡੀ ਜਿਹੜੀ ਦਇਆ ਉਹ ਮੂਸਾ ਤੇ ਹੋ ਕਿ ਪ੍ਰਭੂ ਨੇ ਆਪਣੇ ਹੱਥ ਦੇ ਨਾਲ 2 ਫੱਟੀਆਂ ਕੱਟੀਆਂ ਪੱਥਰ ਦੀਆਂ, ਸਲੇਟਾਂ ਕੱਟੀਆਂ ਔਰ ਆਪਣੀ ਉਂਗਲ ਦੇ ਨਾਲ ਉਸਦੇ ਉੱਤੇ ਦਿੱਤੀ ਔਰ ਉਹ ਉਸਨੇ ਮੂਸਾ ਨੂੰ ਦਿੱਤੀ ਕਿ ਇਹ ਮੇਰੇ ਨਿਯਮ ਆ, ਇਹ ਲਾ ਆ ਮੇਰਾ, ਇਹ ਸੰਵਿਧਾਨ ਆ ਜਿਹੜਾ ਮੈਂ ਤੁਹਾਨੂੰ ਦੇ ਰਿਹਾ। ਜਿਹੜਾ ਹਰ ਦੇਸ਼ ਦਾ ਇੱਕ ਸੰਵਿਧਾਨ ਹੁੰਦਾ, ਇਹ ਮੇਰਾ ਸੰਵਿਧਾਨ ਆ ਜਿਹੜਾ ਮੈਂ ਤੁਹਾਨੂੰ ਦੇ ਰਿਹਾ। ਮੈਂ ਤੁਹਾਡਾ ਰਾਜਾ ਹੋਊਂਗਾ ਔਰ ਤੁਸੀਂ ਇਸ ਸੰਵਿਧਾਨ ਦੇ ਅਨੁਸਾਰ ਆਪਣੀ ਜ਼ਿੰਦਗੀ ਜੀ। ਇਹ ਲਾ ਆ, ਇਹ ਕਾਨੂੰਨ, ਔਰ ਇਹਦੇ ਅਨੁਸਾਰ ਬਾਕੀ ਦੇ ਸਾਰੇ ਕਾਨੂੰਨ ਬਣਨਗੇ। ਜਿੱਦਾਂ 26 ਜਨਵਰੀ ਨੂੰ ਸਾਨੂੰ ਸੰਵਿਧਾਨ ਮਿਲਿਆ ਸੀ ਔਰ ਅੱਜ ਅਸੀਂ ਮਨਾਉਂਦੇ ਹਾਂ, ਹਰੇਕ ਸਾਲ ਅਸੀਂ ਸੰਵਿਧਾਨ ਦਾ ਨੂੰ ਮਨਾਉਂਦੇ ਹਾਂ। ਸਾਡੇ ਕੰਟਰੀ ਦੇ ਵਿੱਚ ਕੋਈ ਪ੍ਰਾਈਮ ਮਿਨਿਸਟਰ ਵੱਡਾ ਨਹੀਂ, ਕੋਈ ਪ੍ਰੈਜ਼ੀਡੈਂਟ ਵੱਡਾ ਨਹੀਂ, ਕੋਈ ਨੇਤਾ ਵੱਡਾ ਨਹੀਂ, ਸਭ ਤੋਂ ਵੱਡਾ ਸੰਵਿਧਾਨ ਦੇਸ਼ ਦਾ। ਔਰ ਸੰਵਿਧਾਨ ਤੋਂ ਥੱਲੇ ਜਿਹੜੇ ਅਸੀਂ ਉੱਥੇ ਆਪਣੀ ਸਾਡੀ ਸੁਪਰੀਮ ਕੋਰਟ ਔਰ ਫਿਰ ਥੱਲੇ ਜਾ ਕੇ ਮੰਤਰੀ, ਪ੍ਰਧਾਨ ਮੰਤਰੀ ਬਾਕੀ ਦੇ ਹੁੰਦੇ। ਪ੍ਰਭੂ ਨੇ ਸੇਮ ਚੀਜ਼ ਇਹਨਾਂ ਨੂੰ ਦਿੱਤੀ ਸੀ ਤੇ ਮੂਸਾ ਨੇ ਜੋ ਇੱਕ ਰਾਜਕੁਮਾਰਾਂ ਦੇ ਨਾਲ ਪੜਿਆ ਹੈ ਔਰ ਉਸਨੂੰ ਉਸਦੀ ਕੀਮਤ ਪਤਾ ਹੈ। ਮੂਸਾ ਕੋਈ ਐਵੇਂ ਕਿ ਐਵੇਂ ਨਹੀਂ, ਉਹ 40 ਸਾਲ ਇੱਕ ਸਭ ਤੋਂ ਵੱਡੇ ਦੇਸ਼ ਦੇ ਵਿੱਚ, ਇੱਕ ਸਭ ਤੋਂ ਵਧੀਆ ਦੇਸ਼ ਦੇ ਵਿੱਚ ਪੜਿਆ ਹੈ, ਜਿੱਥੇ ਕਾਨੂੰਨ ਔਰ ਉਸ ਕਾਨੂੰਨ ਦੀ ਕਿੱਦਾਂ ਪਾਲਣਾ ਕਰਨੀ ਪਈ ਔਰ ਉਸੇ ਕਾਨੂੰਨ ਦੇ ਕਰਕੇ ਮੂਸਾ ਨੂੰ ਉੱਥੋਂ ਦੌੜਨਾ ਪਿਆ ਸੀ। ਉਸਨੂੰ ਇਸ ਦੀ ਕੀਮਤ ਦਾ ਪਤਾ ਹੈ ਔਰ ਪਰਮੇਸ਼ਰ ਤੋਂ ਮਿਲੀਆਂ 2 ਫੱਟੀਆਂ ਉਸਨੇ ਗੁੱਸੇ ਦੇ ਵਿੱਚ ਆ ਕੇ ਤੋੜ ਦਿੱਤੀਆਂ ਕਿ ਇਹ ਲੋਕ ਇਸ ਦੇ ਯੋਗ ਹੀ। ਪ੍ਰਭੂ ਨੇ ਮੂਸਾ ਨੂੰ ਸਜ਼ਾ ਨਹੀਂ ਦਿੱਤੀ। It was a death penalty. ਮੂਸਾ ਪ੍ਰਭੂ ਨੇ ਉਸਨੂੰ ਸਜ਼ਾ ਨਹੀਂ ਦਿੱਤੀ। ਉਸਦੀ ਸਜ਼ਾ ਸਿਰਫ ਇੰਨੀ ਸੀ ਕਿ ਹੁਣ ਤੂੰ ਉਹ 2 ਫੱਟੀਆਂ ਬਣਾ ਕੇ ਜੀ ਤੇ ਮੈਂ ਉੱਤੇ ਫੇਰ ਦੁਆਰਾ ਲਿਖੂੰਗਾ, ਮੈਂ ਉੱਤੇ ਦੁਆਰਾ ਤੇ ਲਿਖ ਕੇ ਦਾਂ। ਹੁਣ ਮੈਨੂੰ ਇਹ ਦੱਸੋ ਕਿ ਇਹ 'ਚ ਕਿੰਨੀ ਦਇਆ ਛੁਪੀ। ਇਸ ਪ੍ਰਭੂ ਦੇ ਪਿੱਛੇ ਅਸੀਂ ਜਾਂਦੇ ਠੀਕ। ਸੋ ਪ੍ਰਭੂ ਨੇ ਦੇਖੋ ਮੂਸਾ ਨੇ ਕਿਹੜੀ ਚੀਜ਼ ਫੜੀ ਔਰ ਉਸਨੇ ਕਿਹੜੇ ਤਰੀਕੇ ਦੇ ਨਾਲ ਉਸ ਚੀਜ਼ ਨੂੰ ਫੜਿਆ। ਕਹਿੰਦਾ ਤਦ ਬੱਦਲ ਦੇ ਵਿੱਚ ਆ ਕੇ 5ਵੀਂ ਆਇਤ, ਤਦ ਪ੍ਰਭੂ ਬੱਦਲ ਦੇ ਵਿੱਚ ਆ ਕੇ ਮੂਸਾ ਦੇ ਕੋਲ ਖਲੋ ਗਿਆ ਅਤੇ ਉਸਨੇ ਆਪਣਾ ਨਾਮ ਪ੍ਰਭੂ ਕਰਕੇ ਗਿਆ। ਫਿਰ ਪ੍ਰਭੂ ਉਸਦੇ ਅੱਗਿਓਂ ਦੀ ਇਹ ਕਹਿੰਦਾ ਹੋਇਆ ਲੰਘਿਆ, ਮੈਂ ਪ੍ਰਭੂ ਹਾਂ, ਮੈਂ ਪ੍ਰਭੂ ਹਾਂ। 2 ਵਾਰੀ ਹੁੰਦਾ ਯਹਵੇ, ਯਹਵੇ। ਮੈਂ खुद आया, मैं खुद ही हाँ, मैं खुद ही ਇਹਦਾ ਮਤਲਬ ਹੈ। ਔਰ ਇਸ ਕਰਕੇ ਉਸਨੂੰ ਖੁਦਾ ਵੀ ਕਿਹਾ ਜਾਂਦਾ। ਜਿਹੜੇ ਪਾਕਿਸਤਾਨੀ ਮਸੀਹੀ ਆ ਉਹ ਸ਼ਬਦ ਖੁਦਾ ਯੂਜ਼ ਕਰਦੇ। ਉਹ ਸ਼ਬਦ ਜਿਹੜਾ ਹੈ ਉਹ ਯਹੋਵਾ ਯੂਜ਼ ਨਹੀਂ ਕਰਦੇ। मैं खुद ही हाँ, मैं खुद ही हाँ, ਯਹਵੇ, ਯਹਵੇ। ਮੈਂ ਦਿਆਲੂ, ਜਿਹੜੀ ਉਸਨੇ ਦਇਆ ਮੂਸਾ ਤੇ ਕੀਤੀ। ਕਿਰਪਾਲੂ, ਉਸਨੇ ਫੱਟੀਆਂ ਤੋੜ ਦਿੱਤੀਆਂ, ਉਸਨੂੰ ਇੰਨੀ ਕੁ ਸਜ਼ਾ ਮਿਲੀ ਕਿ ਹੁਣ ਇਹ ਫੱਟੀਆਂ ਤੋਂ ਦੁਆਰਾ ਬਣਾ ਕੇ ਲਿਆਈ। ਕਿਰਪਾ ਪ੍ਰਭੂ ਨੇ ਇਹ ਕੀਤਾ ਕਿ ਹੁਣ ਮੈਂ ਦੁਆਰਾ ਆਪ ਉਹਦੇ ਤੇ ਲਿਖੂੰਗਾ। ਕਿਰਪਾਲੂ,
ਗੁੱਸਾ ਕਰਨ ਦੇ ਵਿੱਚ ਮਾਠਾ। मूसा ਦੀ ਸਜ਼ਾ ਮੌਤ ਸੀ। ਧੀਰਜ ਰੱਖਣ ਵਾਲਾ, ਪਿਆਰ ਅਤੇ ਸੱਚਾਈ ਦੇ ਨਾਲ ਅਤ ਭਰਪੂਰ ਪ੍ਰਭੂ ਪਰਮੇਸ਼ਵਰ। ਜਿਹੜਾ ਸ਼ਬਦ ਇੱਥੇ ਆਇਆ ਉਹ ਹੈ ਐਦੋਨਾਈ ਐਲੋਹਿਮ। प्रभु परमेश्वर जो हजारां ते दया करदा, उन्हां दे अपराध माफ करन वाला, पर मापियां ते परदादियां दे पापां दा बदला बच्चियां दे कोलों लैण वाला। सो मूसा ने किहड़ा अखर पढ़िया, उन्हें सिर्फ इस दे विच जिहड़ा अपराध सी उस अखर, और देखो उसने की किया, उस एक अखर नूं लैके उसने बाकी दी सारियां चीजां स्वीकार कर लई, पर उसने उस एक अखर नूं लैके वो प्रभु दे मूहरे पेश किया। जिसनूं असीं कहने हैगे आ कि दंडातवन प्रणाम, जिन्हों कहने कि लम्मे पै के धरती ते पेश गया, अपना मूंह धरती ते रख लिया और प्रभु की हजूरी दे विच पेश गया। कहंदा सो मूसा ने तुरंत धरती ते मुंह पार होके प्रभु ने मत्था टेकिया ते कहा, प्रभु जेकर सचमुच मेरे ते तेरी कृपा दृष्टि है तां तू साडे संग चल। उसने ये क्यों नहीं कहा जे साडे ते तेरी कृपा दृष्टि ते साडे संग चल, क्योंकि मूसा में एक चीज समझ आ गई कि मेरे मूसा एक लीगल सिस्टम दे विचों आया सी, राजकुमार से इजिप्ट दे विच, ये सारी चीज नूं समझदा सी कि ये सब कुछ होण ते प्रभु दी एडी वड्डी दया मेरे ते। जे मेरे ते तेरी कृपा दृष्टि है तां तू साडे संग चल। ये मेरी तेरे अगे बेनती है, असीं हठी लोग, पर तू साडे अपराधां नूं माफ कर अते सानू अपना विरसा कर, अपनी जायदाद बना, अपनी कौम बना, अपनी संतान बना। ये मूसा ने किया, और विरसा शब्द दे विच बहुत कुछ लुकिया है कि असीं हठी लोग हां, असीं अपराधी हां। कि जिस तरह एक किसान अपने खेत दे विच हर तरह के बीड़ नूं, हर तरह के उत्थे जानवर चूहे पै जांदे आ, उन्हां सारियां नूं साफ करदा और फसल नूं वधाउंदा, इस तरह तो साडे नाल तो सानू अपना विरसा बना लो। साडा ध्यान सजा के बहुत जल्दी लगदा, क्योंकि कद असीं उन्हां कंट्रियां दे विच रहिंदे जिन्हां ने एटॉमिक बम बनाया नहीं पर चलाया भी, जिन्हां ने लखां ही लोग मारे। और प्रभु इसकी सजा इन्हां नूं जरूर देगा। ह्यूमैनिटी दा कान कीता इन्हां ने। अज भी जद उत्थे बच्चे जिहड़े अपंग पैदा हो रहे हैं, लेकिन एक पासे सोडम और गमोरा सड़दा पिया, और कल असीं देखिया सी वो वाइट सल्फर देखी सी जिहड़ी कि बैन हो चुकी है। इंसान ने की कीता सी फर्स्ट वर्ल्ड वार दे विच, वो जिहड़ी वाइट सल्फर सी ਉਹਨੂੰ ਗੋਲੀ ਦੇ ਮੋਹਰੇ ਪਾ ਕੇ ਤਾਂ ਉਹਨਾਂ ਉਹ
ਵਾਰ ਦੇ ਵਿੱਚ ਵਰਤੀ ਸੀ, ਉਹ ਜਿਸਲੇ ਜਾਂਦੀ ਸੀ, ਉਹ ਗੋਲੀ ਲੱਗਦੀ ਸੀ, ਉਹ ਅੱਗ ਲੱਗ ਜਾਂਦੀ ਸੀ, ਔਰ ਅੰਦਰੋਂ ਖੂਨ ਤੋਂ ਆਕਸੀਜਨ ਮਿਲਦੀ ਰਹਿੰਦੀ ਸੀ, ਔਰ ਉਹ ਸਲਫਰ ਅੰਦਰੋਂ ਫੌਜੀਆਂ ਨੂੰ ਸਾੜਦੀ ਰਹਿੰਦੀ ਸੀ। ਇਨਸਾਨ ਨੇ ਏਦਾਂ ਦੇ ਕੰਮ ਕੀਤੇ, ਏਦਾਂ ਦੇ ਮਨੁੱਖ ਨੇ ਕੰਮ ਕੀਤੇ। ਉਹ ਮਰਦੇ ਨਹੀਂ ਸੀ, ਸੜਦੇ ਸੀ ਉਸ ਵਾਈਟ ਸਲਫਰ ਦੇ ਕਰਕੇ। ਔਰ ਇਸ ਕਰਕੇ ਉਹ ਇਲਾਕਾ ਬਹਿਣ। ਲੇਕਿਨ ਇੱਕ ਪਾਸੇ ਉਹ ਅੱਗ ਵਰਦੀ ਪਈ ਆ, ਦੂਸਰੇ ਪਾਸੇ ਉਸਨੇ ਲੂਤ ਤੇ ਉਸਦੇ ਖਾਨਦਾਨ ਨੂੰ ਬਚਾਇਆ, ਔਰ ਪ੍ਰਭੂ ਆਪ ਉੱਥੇ ਆ। 21ਵੀਂ ਆਇਤ 19ਵੇਂ ਪਾਵ ਦੇ ਵਿੱਚ ਲਿਖਿਆ, ਪ੍ਰਭੂ ਨੇ ਉਸ ਨੂੰ ਕਿਹਾ, ਠੀਕ ਹੈ, ਤੈਨੂੰ ਇਹ ਆਗਿਆ ਹੈ, ਮੈਂ ਉਸ ਪਿੰਡ ਦਾ ਨਾਸ਼ ਨਹੀਂ ਕਰਾਂਗਾ। ਦੇਖੋ ਕਿੰਨੀ ਦਇਆ ਛੁਪੀ ਹੋਈ। ਕੀ ਉਸ ਪਿੰਡ ਦੇ ਵਿੱਚ ਉਹ ਸੇਮ ਪਾਪ ਹੈ ਨਹੀਂ ਸੀਗਾ? ਹੈਗਾ ਸੀ, ਪਰ ਜਿਹਦੇ ਕਾਰਨ ਸੀ, ਜਿਹੜੇ ਉਹ ਦੋ ਸ਼ਹਿਰ ਸੀ, ਉਹਨਾਂ ਦੇ ਕਾਰਨ ਉੱਥੇ ਉਹ ਪਾਪ ਸੀ। ਪਰ ਲੂਤ ਦੇ ਕਾਰਨ ਪ੍ਰਭੂ ਨੇ ਉਸ ਦਾ ਨਾਸ਼ ਨਹੀਂ ਕੀਤਾ। ਔਰ ਪ੍ਰਭੂ ਨੇ ਉਸ ਨੂੰ ਕਿਹਾ, ਠੀਕ ਹੈ, ਮੈਂ ਤੈਨੂੰ ਇਹ ਆਗਿਆ ਦਿੰਦਾ ਹਾਂ, ਮੈਂ ਉਹ ਪਿੰਡ ਦਾ ਨਾਸ਼ ਨਹੀਂ ਕਰਾਂਗਾ, ਪਰ ਛੇਤੀ ਕਰ ਅਤੇ ਉੱਥੇ ਦੌੜ ਜਾ, ਕਿਉਂਕਿ ਮੈਂ ਉਹਨਾਂ ਚਿਰ ਕੁਝ ਨਹੀਂ ਕਰ ਸਕਦਾ। ਇਹ ਚ ਦੇਖੋ ਕਿੰਨਾ ਦਇਆ ਛੁਪੀ, ਕਿੰਨੀ ਉਸਦੀ ਰਹਿਮ ਛੁਪੀ। ਜਦੋਂ ਤੱਕ ਕਿ ਤੂੰ ਉੱਥੇ ਪਹੁੰਚ ਨਾ ਜਾਵੇਂ, ਸੋ ਉਸ ਸ਼ਹਿਰ ਦਾ ਨਾਮ ਸ਼ੁਆਰ ਪੈ ਗਿਆ, ਜਿਸ ਦਾ ਅਰਥ ਹੈ ਛੋਟਾ ਪਿੰਡ। ਜਦੋਂ ਲੂਤ ਸ਼ੁਆਰ ਪਹੁੰਚਿਆ ਤਾਂ ਸੂਰਜ ਚੜ ਚੁੱਕਾ ਸੀ। ਤਦ ਪ੍ਰਭੂ ਨੇ ਆਕਾਸ਼ ਤੇ ਤੋਂ ਬਲਦੀ ਗੰਧਕ ਦਾ ਮੀਂਹ ਬਰਾਇਆ, ਸਦੂਮ ਅਤੇ ਅਮੋਰਾ ਤੇ ਬਰਾਇਆ। ਉਸਨੇ ਉਸ ਗੰਧਕੀ ਅੱਗ ਦੇ ਨਾਲ ਦੋਵੇਂ ਸ਼ਹਿਰਾਂ ਨਾਸ਼ ਕਰ ਦਿੱਤੇ। ਇਸ ਦੇ ਨਾਲ ਹੀ ਉਸ ਵਾਦੀ ਦੇ ਸਾਰੇ ਪ੍ਰਾਣੀਆਂ ਅਤੇ ਧਰਤੀ ਦਾ ਵੀ ਨਾਸ਼ ਹੋ ਗਿਆ। ਅਤੇ ਲੂਤ ਦੀ ਪਤਨੀ ਨੇ ਪਿਛਾਂਹ ਮੁੜ ਕੇ ਦੇਖਿਆ, ਉਹ ਵੀ ਲੂਣ ਦਾ ਖੰਭਾ ਬਣ ਗਈ। ਅਗਲੀ ਸਵੇਰ ਅਬਰਾਹਮ ਉਸ ਥਾਂ ਤੇ ਗਿਆ ਜਿੱਥੇ ਉਹ ਪ੍ਰਭੂ ਦੇ ਨਾਲ ਜਿਸਨੇ ਪ੍ਰਭੂ ਨਾਲ ਗੱਲਾਂ ਕੀਤੀਆਂ ਸਨ। ਉਸਨੇ ਉੱਥੇ ਖੜੇ ਹੋ ਕੇ ਸਦੋਮ ਅਤੇ ਅਮੋਰਾ ਦੇ ਵੱਲ ਦੇਖਿਆ, ਅਤੇ ਉਹ ਦੋਵੇਂ ਸ਼ਹਿਰਾਂ ਤੋਂ ਅੱਗ ਦੀ ਭੱਠੀ ਵਾਂਗ ਭਾਂਬੜ ਉੱਠ ਰਹੇ ਸਨ। ਪਰ ਜਦੋਂ ਪਰਮੇਸ਼ਰ ਨੇ ਉਸ ਵਾਦੀ ਦੇ ਸ਼ਹਿਰਾਂ ਦਾ ਨਾਸ਼ ਕੀਤਾ ਤਾਂ ਉਸਨੇ ਅਬਰਾਹਮ ਨੂੰ ਯਾਦ ਕੀਤਾ। ਔਰ ਇਹੋ ਹੀ ਚੀਜ਼ ਅਸੀਂ ਨੋਹਾ ਦੇ ਸਮੇਂ ਦੇਖੀ ਸੀ ਕਿ ਤਦ ਪ੍ਰਭੂ ਨੇ ਨੋਹਾ ਨੂੰ ਤੇ ਸਾਰੇ ਪ੍ਰਾਣੀਆਂ ਨੂੰ, ਸਾਰੇ ਜਾਨਵਰਾਂ ਨੂੰ ਯਾਦ ਕੀਤਾ। ਤਦ ਪਰਮੇਸ਼ਰ ਨੇ ਉਸ ਵਾਦੀ ਦੇ ਸ਼ਹਿਰਾਂ ਨੂੰ ਨਾਸ਼ ਕੀਤਾ ਤਾਂ ਉਸਨੇ ਅਬਰਾਹਮ ਨੂੰ ਯਾਦ ਕੀਤਾ। ਅਬਰਾਹਮ ਦੇ ਕਾਰਨ ਉਸਨੇ ਲੂਤ ਨੂੰ ਉਹਨਾਂ ਸ਼ਹਿਰਾਂ ਦੇ ਨਾਲ ਨਾਸ਼ ਨਾ ਕੀਤਾ। ਸੋ ਜਿਸ ਵੇਲੇ ਅਸੀਂ ਆਪਣੇ ਜਿਹੜਾ ਅਸੀਂ ਆਪਣੇ ਮੈਪ ਦੇਖਦੇ ਪਏ ਹਾਂ, ਜਿਸ ਲਈ ਅਸੀਂ ਉਹਨਾਂ ਨੂੰ ਦੇਖਦੇ ਪਏ ਹਾਂ, ਤੇ ਅਸੀਂ ਇਹ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਉਹ ਲਹੂ ਜਿਹੜਾ ਅਸੀਂ ਦੇਖਦੇ ਪਏ ਹਾਂ, ਜਿਹੜਾ let me go back one. ਸੋ ਜਿਸ ਲਈ ਅਸੀਂ ਅਦਨ ਦੇ ਬਾਗ ਤੋਂ ਚੱਲੇ ਹਾਂ, ਜਿਸ ਲਈ ਸਾਡਾ ਪਾਪ ਦੇ ਨਾਲ ਅਸੀਂ ਪਾਪ ਦੇ ਵਿੱਚ ਡਿੱਗ ਪਏ। ਪ੍ਰਭੂ ਨੇ ਜਿੱਥੇ ਇੱਥੇ ਆ ਕੇ ਸਾਨੂੰ ਉਹ ਜਿਹੜੀ ਸਾਨੂੰ ਸਰਾਪ ਮਿਲਿਆ, ਔਰ ਜਿਸ ਵੇਲੇ ਪ੍ਰਭੂ ਨੇ ਉਤਪਤ ਦਾ ਤੀਜਾ ਪਾਪ ਤੇ ਉਸ ਦੀ 15ਵਾਂ ਆਇਤ ਦੇ ਵਿੱਚ ਪ੍ਰਭੂ ਨੇ ਸਾਨੂੰ ਸਾਡਾ ਛੁਟਕਾਰਾ ਦਿੱਤਾ, ਸਾਨੂੰ ਛੁਟਕਾਰੇ ਦਾ ਰਸਤਾ ਦਿੱਤਾ, ਔਰ ਆਪਣੇ ਪੁੱਤਰ ਦਾ ਉੱਥੇ ਉਸਨੇ ਜ਼ਿਕਰ ਕੀਤਾ ਕਿ ਉਹ ਆਏਗਾ। ਔਰ ਇਸੇ ਕਰਕੇ ਕਿਹਾ ਜਾਂਦਾ ਕਿ ਮਸੀਹ ਜਿਹੜਾ ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਸਲੀਬ ਤੇ ਚੜਾਇਆ ਗਿਆ,
ਉਹ ਅਸੀਂ ਇੱਥੇ ਦੇਖ ਸਕਦੇ ਹਾਂ। ਔਰ ਇੱਥੋਂ ਉਹ ਖੂਨ ਦੀ ਲਾਈਨ ਸ਼ੁਰੂ ਹੋਈ ਆ। ਔਰ ਫਿਰ ਜਿਸ ਲਈ ਅਸੀਂ ਦੂਸਰੇ ਚਾਰਟ ਦੇ ਵਿੱਚ ਜਾਂਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਉਹ ਲਾਈਨ ਕੇਨ ਜਿਹੜਾ ਕਾਇਨ ਜਿਸਨੇ ਆਪਣੇ ਭਰਾ ਨੂੰ ਮਾਰ ਦਿੱਤਾ, ਉਹਦੇ ਤੋਂ ਕੌਮਾਂ ਪੈਦਾ ਹੋਈਆਂ, ਪਰ ਉਹਦੇ ਨਾਲ ਨਹੀਂ ਗਈ। ਹਾਵਲ ਮਾਰ ਦਿੱਤਾ ਸੀ, ਸੈਥ ਪੈਦਾ ਹੋਇਆ, ਔਰ ਉੱਥੋਂ ਅਸੀਂ ਇਹ ਜਿਹੜਾ ਸੀਗੇ ਆਦਮ ਦੇ ਘਰਾਣੇ ਤੋਂ ਇਹ ਸਾਰੀਆਂ ਚੀਜ਼ਾਂ, ਇਹ ਲਾਈਨ ਅਸੀਂ ਆਉਂਦੀ ਦੇਖਦੇ ਪਏ ਹਾਂ। ਔਰ ਨੋਹਾ ਤੱਕ, ਸੈਥ ਤੋਂ ਬਾਅਦ ਜਿਹੜਾ ਮੇਨ ਪਰਸਨ ਆਇਆ ਉਹ ਹਾਨੂਕ ਆਇਆ, ਔਰ ਹਾਨੂਕ ਤੋਂ ਬਾਅਦ ਜਿਹੜਾ ਅਗਲਾ ਪਰਸਨ ਆਇਆ ਉਹ ਨੋਹਾ ਆਇਆ। ਔਰ ਨੋਹਾ ਦੇ ਨਾਲ ਇਹ ਪ੍ਰਭੂ ਦੇ ਬੇੜੇ ਦੇ ਵਿੱਚ ਅਸੀਂ ਇਸੇ ਲਾਈਨ ਨੂੰ ਜਾਂਦੇ ਦੇਖਦੇ ਪਏ ਹਾਂ। ਔਰ ਫਿਰ ਉਸ ਨੂੰ ਨੋਹਾ ਦੇ ਰਾਹੀਂ ਉਸਦੇ 3 ਪੁੱਤਰ ਹਾਮ, ਜਾਫਤ ਤੇ ਸ਼ੈਮ ਦੇ ਨਾਲ ਇਸ ਲਾਈਨ ਨੂੰ ਦੇਖਦੇ ਪਏ ਹਾਂ। ਜਿਹਨੇ ਪ੍ਰਭੂ ਦੀ ਬਰਕਤ ਜਿਹਦੇ ਕੋਲ ਸੀ, ਉਹ ਐਕਚੁਅਲੀ ਉਸਦਾ ਪੋਤਾ ਸੀ, ਅਰਫਸ਼ਦ ਉਸਦਾ ਪੋਤਾ ਸੀ, ਜਿਸ ਦੇ ਉੱਤੇ ਪ੍ਰਭੂ ਨੇ ਬਰਕਤ ਦਿੱਤੀ। ਔਰ ਉੱਥੋਂ ਉਹ ਜਿਹੜੀ ਲਾਈਨ ਅਸੀਂ ਅੱਗੇ ਗਾਂ ਜਾ ਕੇ ਸਾਰੇ ਜਾਣੇ ਮੁੜ ਕੇ ਫਿਰ ਇਕੱਠੇ ਹੋ ਗਏ ਇੱਕੋ ਜਗ੍ਹਾ ਤੇ, ਔਰ ਇਰਾਕ ਦੇ ਵਿੱਚ ਇਕੱਠੇ ਹੋ ਕੇ ਸਾਰਿਆਂ ਨੇ ਉੱਥੇ ਅਸੀਂ ਕਿਤੇ ਗਵਾਚ ਨਾ ਜਾਈਏ। ਉੱਥੇ ਇੱਕ ਮੰਦਿਰ ਬਣਾਇਆ ਕਿ ਹੁਣ ਪ੍ਰਭੂ ਸਾਨੂੰ ਕਿਤੇ ਦੁਆਰਾ ਨਾ ਡੋਬੇ। ਉਹਨਾਂ ਨੇ ਬੜੀ ਉਚਾਈ ਵਾਲਾ ਮੰਦਿਰ ਬਣਾਇਆ ਕਿ ਇੱਥੇ ਅਸੀਂ ਬਚ ਜਾਵਾਂਗੇ। ਔਰ ਇਹਦੇ ਜਿਹੜੇ ਖੰਡਰ ਆ ਉਹ ਵੀ ਮਿਲ ਗਏ ਆ। ਉਹ ਅਸੀਂ ਫਿਰ ਕਿਤੇ ਦੇਖਾਂਗੇ। ਤਾਂ ਉੱਥੋਂ ਜਿਹੜੀ ਅਸੀਂ ਲਾਈਨ ਨੂੰ ਅੱਗੇ ਜਾਂਦਾ ਦੇਖਦੇ ਹਾਂ। ਔਰ ਪ੍ਰਭੂ ਦੀ ਦਇਆ ਦੇ ਨਾਲ ਅਸੀਂ ਪਹੁੰਚ ਗਏ ਹਾਂ ਤੇ ਇਹ ਅਬਰਾਹਮ ਦੇ ਕੋਲ ਆ ਗਈ। ਸੋ ਇਸ ਦੇ ਕਾਰਨ ਜਿਹੜਾ ਮਸੀਹ ਦੇ ਲਹੂ ਦੀ ਲਾਈਨ ਚੱਲਦੀ ਪਈ ਆ, ਜਿਹੜੀ ਅਸੀਂ ਆਇਤਾਂ ਪੜ੍ਹਦੇ ਪਏ ਹਾਂ। ਤੇ ਪਰ ਜਦੋਂ ਪਰਮੇਸ਼ਰ ਨੇ ਉਸ ਵਾਦੀ ਦੇ ਸ਼ਹਿਰਾਂ ਦਾ ਨਾਸ਼ ਕੀਤਾ ਤਾਂ ਉਸਨੇ ਅਬਰਾਹਮ ਨੂੰ ਯਾਦ ਕੀਤਾ। ਅਬਰਾਹਮ ਦੇ ਕਾਰਨ ਉਸਨੇ ਲੂਤ ਨੂੰ ਉਹਨਾਂ ਸ਼ਹਿਰਾਂ ਦੇ ਨਾਲ ਨਾਸ ਨਹੀਂ ਕੀਤਾ। ਸੋ ਪ੍ਰਭੂ ਨੇ ਇਸ ਲਹੂ ਨੂੰ ਯਾਦ ਕੀਤਾ ਜਿਸ ਦਾ ਵਾਅਦਾ ਉਹਨਾਂ ਦੇ ਨਾਲ ਚੱਲਦਾ ਪਿਆ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਪ੍ਰਭੂ ਦੇ ਬਚਨ ਵਿੱਚੋਂ ਵੀ ਦੇਖਦੇ ਪਏ ਹਾਂ। ਔਰ ਜਿਸ ਲਈ ਹੁਣ ਅਸੀਂ ਇੱਥੇ ਆ ਗਏ ਹਾਂ ਤੇ ਹੁਣ ਲੂਤ ਦੇ ਖਾਨਦਾਨ ਦੇ ਬਾਰੇ ਅਸੀਂ ਥੋੜਾ ਜਿਹਾ ਦੇਖਾਂਗੇ। ਔਰ ਉੱਥੋਂ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਹੁਣ ਉਹ ਜਿਨ੍ਹਾਂ ਨੇ ਸਾਰੀ ਉਮਰ ਪ੍ਰਭੂ ਦੇ ਲੋਕਾਂ ਨੂੰ ਔਰ ਇਸ ਲਾਈਨ ਦੇ ਉੱਤੇ ਜਿਹੜੀ ਪ੍ਰਭੂ ਦੀ ਚੱਲਦੀ ਪਈ ਹੈ, ਇਸ ਘਰਾਣੇ ਦੇ ਨੂੰ ਸਾਰੀ ਉਮਰ ਦੁੱਖ ਦੇਣੇ ਆ, ਹੁਣ ਉਹ ਪੈਦਾ ਹੋਣੇ ਸ਼ੁਰੂ ਹੋ ਗਏ। ਈਵਨ ਦੋ ਕਿ ਇਹ ਅਬਰਾਹਮ ਨੇ ਇੰਨੀ ਵੱਡੀ ਦਇਆ ਕੀਤੀ ਸੀ ਇਹਨਾਂ ਦੇ ਉੱਤੇ, ਲੇਕਿਨ ਉਹਨਾਂ ਨੇ ਯਾਦ ਨਹੀਂ ਰੱਖੀ। ਸੋ ਕੋਈ ਜਾਣਾ ਇਸ ਨੂੰ 30 ਆਇਤ ਤੋਂ ਲੈ ਕੇ ਇਸ ਨੂੰ 38 ਆਇਤ ਤੱਕ ਦੇਖੇ ਔਰ ਫਿਰ ਪੜ੍ਹੇ ਤਾਂ ਫਿਰ ਅਸੀਂ ਇਸ ਨੂੰ ਮੈਂ ਪੜ੍ਹਦਾ ਨਾ ਪਾਸਟਰ ਜੀ। ਮੁਆਬੀ ਅਤੇ ਅਮੋਨੀ ਲੋਕਾਂ ਦੇ ਵੰਸ਼ ਦਾ ਜਨਮ। ਲੂਤ ਸੋਰ ਪਿੰਡ ਵਿੱਚ ਰਹਿਣ ਤੋਂ ਡਰਿਆ, ਇਸ ਲਈ ਉਹ ਆਪਣੀਆਂ ਦੋਹਾਂ ਧੀਆਂ ਨੂੰ ਲੈ ਕੇ ਪਹਾੜ ਵੱਲ ਚਲਾ ਗਿਆ ਅਤੇ ਉੱਥੇ ਇੱਕ ਖੋਹ ਵਿੱਚ ਰਹਿਣ ਲੱਗਾ। ਵੱਡੀ ਧੀ ਨੇ ਛੋਟੀ ਨੂੰ ਕਿਹਾ, ਸਾਡਾ ਪਿਓ ਬੁੱਢਾ ਹੁੰਦਾ ਜਾ ਰਿਹਾ ਹੈ ਅਤੇ ਇੱਥੇ ਕੋਈ ਮਨੁੱਖ ਨਹੀਂ ਹੈ ਜੋ ਸਾਡੇ ਨਾਲ ਵਿਆਹ ਕਰੇ। ਇਸ ਲਈ ਆ ਅਤੇ ਆਪਣੇ ਪਿਓ ਨੂੰ ਸ਼ਰਾਪ ਪਿਆ ਕੇ ਉਸ ਨਾਲ ਸੰਗ ਕਰੀਏ ਕਿ ਅਸੀਂ ਉਸੇ ਦੇ ਦੁਆਰਾ ਆਪਣੇ ਵੰਸ਼ ਨੂੰ ਅੱਗੇ ਤੋਰੀਏ। ਸੋ ਉਹਨਾਂ ਨੇ ਉਸ ਰਾਤ ਆਪਣੇ ਪਿਓ ਨੂੰ ਸ਼ਰਾਪ ਪਿਆਈ ਅਤੇ ਪਹਿਲਾਂ ਵੱਡੀ ਧੀ ਜਾ ਕੇ ਆਪਣੇ ਪਿਓ ਨਾਲ ਲੇਟੀ ਅਤੇ ਉਸ ਨਾਲ ਸੰਗ ਕੀਤਾ, ਪਰ ਉਸਦੇ ਪਿਓ ਨੂੰ ਪਤਾ ਨਾ ਲੱਗਾ ਕਿ ਉਹ ਕਿਸ ਸਮੇਂ ਉਸ ਨਾਲ ਲੇਟੀ ਜਾਂ ਉੱਠੀ। ਅਗਲੇ ਦਿਨ ਵੱਡੀ ਧੀ ਨੇ ਛੋਟੀ ਨੂੰ ਕਿਹਾ, ਕੱਲ ਮੈਂ ਆਪਣੇ ਪਿਓ ਨਾਲ ਸੁੱਤੀ ਸਾਂ, ਜਾਂ ਅੱਜ ਫਿਰ ਉਸ ਨੂੰ ਸ਼ਰਾਪ ਪਿਆਈਏ ਅਤੇ ਅੱਜ ਤੂੰ ਉਸ ਦੇ ਨਾਲ ਸੌਵੀਂ। ਸੋ ਉਹਨਾਂ ਉਸ ਰਾਤ ਵੀ ਆਪਣੇ ਪਿਓ ਨੂੰ ਸ਼ਰਾਪ ਪਿਆਈ ਅਤੇ ਉਸ ਰਾਤ ਛੋਟੀ ਨੇ ਆਪਣੇ ਪਿਓ ਨਾਲ ਸੰਗ ਕੀਤਾ, ਪਰ ਉਸਦੇ ਪਿਓ ਨੂੰ ਪਤਾ ਨਾ ਲੱਗਾ ਕਿ ਉਹ ਕਦ ਉਸ ਨਾਲ ਲੇਟੀ ਜਾਂ ਉੱਠੀ। ਇਸ ਤਰ੍ਹਾਂ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਓ ਤੋਂ ਗਰਭਵਤੀ ਹੋਈਆਂ। ਵੱਡੀ ਧੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਂ ਉਸਨੇ ਮੋਆਬ ਰੱਖਿਆ, ਜਿਸ ਤੋਂ ਅੱਗੇ ਜਾ ਕੇ ਮੁਆਬੀ ਲੋਕਾਂ ਦਾ ਵੰਸ਼ ਚੱਲਿਆ। ਛੋਟੀ ਧੀ ਨੇ ਵੀ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਂ ਉਸਨੇ ਬਿਨ-ਅੰਮੀ ਰੱਖਿਆ, ਜਿਸ ਤੋਂ ਅੱਗੇ ਜਾ ਕੇ ਅਮੋਨੀ ਲੋਕਾਂ ਦਾ ਵੰਸ਼ ਚੱਲਿਆ। ਇੱਥੇ ਅਸੀਂ ਇਹ ਦੇਖਦੇ ਪਏ ਹਾਂ ਕਿ ਅਗੇਨ ਉਹਨਾਂ ਨੇ ਆਪਣੇ ਲਈ ਸ਼ਾਰਟਕਟ ਹੀ ਲੱਭਿਆ ਔਰ ਉਹ ਉਸੇ ਤਰ੍ਹਾਂ ਅਸੀਂ ਜੋ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਨਾ, ਜਿਹੜੀ ਮੇਨ ਚੀਜ਼ ਹੈ ਇਹ ਤਾਂ ਚਲੋ ਬਿਲਕੁਲ ਸਾਡੇ ਕੋਲ ਸਿੰਪਲ ਪਈ ਹੈ, ਐਂਡ ਇਟਸ ਰੋਂਗ, ਦੇयर इज ਨਥਿੰਗ ਰਾਈਟ ਅਬਾਊਟ ਦੈਟ,
ਲੇਕਿਨ ਇਸ ਤੋਂ ਜਿਹੜੇ ਪੈਦਾ ਹੋਏ ਆ ਉਹ 2 ਨੇਸ਼ਨਸ ਪੈਦਾ ਹੋਏ। ਹੁਣ ਇੱਥੋਂ ਇਹਨੂੰ ਲੈ ਕੇ ਬਹੁਤ ਲੋਕ ਜਿੱਦਾਂ ਕਹਿੰਦੇ ਕਿ ਬਾਈਬਲ ਤੁਹਾਡੀ 'ਚ ਇਹ ਲਿਖਿਆ। ਦੇਖੋ ਕਾਰਨ ਇਹ ਹੈ ਕਿ ਬਾਈਬਲ ਤੁਹਾਡੇ ਮੂਹਰੇ ਖੁੱਲੀ ਪਈ ਹੈ, ਤੁਸੀਂ ਇਸ ਨੂੰ ਪੜ੍ਹਦੇ ਆ, ਲੇਕਿਨ ਅਸੀਂ ਪੁਰਾਣਾ ਨਹੀਂ ਪੜ੍ਹਦੇ। ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੁਰਾਣਨ ਦੇ ਵਿੱਚ ਲਿਖੀਆਂ ਆ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਅੱਗੇ ਜਿਹੜੇ ਗ੍ਰੰਥ ਆ ਉਹ ਵੀ ਮੰਨਦੇ ਆ। ਉਹਨਾਂ ਦੇ ਨਾਮ ਬ੍ਰਹਮਾ ਵਿਸ਼ਨੂੰ ਮਹੇਸ਼ ਉਹਨਾਂ ਦੇ ਨਾਮ ਗ੍ਰੰਥਾਂ ਦੇ ਵਿੱਚ ਆਮ ਆਉਂਦੇ ਆ, ਭਾਵੇਂ ਉਹ ਬਾਅਦ ਦੇ ਵਿੱਚ ਲਿਖੇ ਗਏ ਆ, ਭਾਵੇਂ ਕਿਸੇ ਹੋਰ ਸੈਕਟ ਦੇ ਲਿਖੇ ਗਏ ਆ, ਉਹਦੇ ਵਿੱਚ। ਹੁਣ ਅਗਰ ਅਸੀਂ ਦੇਖੀਏ ਤਾਂ ਜਿਹੜਾ ਬ੍ਰਹਮਾ ਸੀ ਉਸਦੀ ਪਤਨੀ ਦਾ ਨਾਮ ਗਾਇਤਰੀ ਸੀ, ਔਰ ਗਾਇਤਰੀ ਦੇ ਘਰ ਜਿਹੜੀ ਬੇਟੀ ਪੈਦਾ ਹੋਈ ਸੀ ਉਸਦਾ ਨਾਮ ਸਰਸਵਤੀ ਸੀ। ਔਰ ਬ੍ਰਹਮਾ ਨੇ ਉਸਨੂੰ ਆਪਣੀ ਬੇਟੀ ਦੇ ਨਾਲ ਸੰਗ ਕੀਤਾ, ਔਰ ਉੱਥੋਂ ਉਸਨੇ ਸਾਰੀ ਉਹ ਕਹਿੰਦੇ ਕਿ ਕਾਇਨਾਤ ਜਿਹੜੀ ਉਹ ਪੈਦਾ ਕੀਤੀ। ਉੱਥੋਂ ਉਸਨੇ ਜਿਹੜੀ ਸਾਰੀ ਜੋ ਅਸੀਂ ਇਨਸਾਨੀਅਤ ਦੇਖਦੇ ਹਾਂ ਉਹ ਸਾਰੇ ਦੇਵੀ ਦੇਵਤੇ ਜਿਹੜੇ ਅਸੀਂ ਦੇਖਦੇ ਹਾਂ ਪੈਦਾ ਕੀਤੇ। ਸੋ ਇਹ ਸਮਟਾਈਮਸ ਦਿਸ ਇਜ਼ ਨਾਟ ਫੇਅਰ। ਜੇ ਇੱਥੇ ਬੁਰਾਈ ਅਸੀਂ ਦੇਖਦੇ ਪਏ ਹਾਂ ਤੇ ਬਾਈਬਲ ਦੇ ਵਿੱਚ ਬੁਰਾਈ ਇਸਨੂੰ ਕਿਹਾ ਜਾਂਦਾ, ਇਹ ਕੌਮਾਂ ਦਾ ਅੱਗੇ ਜਾ ਕੇ ਨਾਸ਼ ਹੋ ਗਿਆ। ਇਹ ਹਮੇਸ਼ਾ ਉਹ ਜਿਹੜੇ ਜਾਨਵਰ ਜਿਨ੍ਹਾਂ ਨੂੰ ਅਬਰਾਹਮ ਉਡਾਉਂਦਾ ਪਿਆ ਸੀਗਾ, ਉਸ ਤੇ ਉਹ ਬਲੀ ਦੇ ਉੱਤੇ ਆ ਕੇ ਬਹਿੰਦੇ ਸੀ, ਉਹ ਉਡਾਉਂਦਾ ਪਿਆ ਸੀ, ਇਹ ਉਹ ਜਾਨਵਰ ਸੀ ਜਿਨ੍ਹਾਂ ਨੇ ਉਸ ਦੀਆਂ ਜਨਰੇਸ਼ਨਾਂ ਨੂੰ ਤੰਗ ਕਰਨਾ ਸੀ, ਉਸਦੀ ਉਮਤ ਨੂੰ, ਉਸਦੀ ਦੇ ਨਾਲ ਇਹਨਾਂ ਨੇ ਅੰਤ ਤੱਕ ਇਹਨਾਂ ਨੇ ਉਸ ਜਿੰਨੀ ਦੇਰ ਤੱਕ ਇਹਨਾਂ ਦਾ ਆਪਣਾ ਨਾਸ਼ ਨਹੀਂ ਹੋ ਗਿਆ, ਇਹਨਾਂ ਨੇ ਉਹਨਾਂ ਦੇ ਨਾਲ ਦੁਸ਼ਮਣੀ ਪਾਈ। ਲੇਕਿਨ ਉਧਰ ਅਸੀਂ ਪਵਿੱਤਰ ਕਹਿਤਾ, ਇੱਧਰ ਅਸੀਂ ਬੁਰਾ ਕਹਿਤਾ। ਸੋ ਇਹ ਸਾਨੂੰ ਧਿਆਨ ਰੱਖਣਾ ਪੈਂਦਾ ਕਿ ਬਾਈਬਲ ਦੇ ਵਿੱਚ ਜੇ ਇਹ ਹੋਇਆ ਤੇ ਬਾਈਬਲ ਦੇ ਵਿੱਚ ਇਸ ਨੂੰ ਬੁਰਾ ਵੀ ਕਿਹਾ ਗਿਆ। ਔਰ ਨੰਬਰ 2 ਦੇ ਉੱਤੇ ਬਾਈਬਲ ਛੁਪਾਉਂਦੀ ਨਹੀਂ, ਬਾਈਬਲ ਕੋਈ ਚੀਜ਼ ਨਹੀਂ ਛੁਪਾਉਂਦੀ। ਜੇ ਉਸਦੀ ਪਤਨੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਲੂਣ ਦਾ ਖੰਭਾ ਬਣ ਗਏ ਤੇ ਉਹ ਲੂਣ ਦਾ ਖੰਭਾ ਬਣ ਗਿਆ। ਜੇ ਉਸਦੀਆਂ ਬੇਟੀਆਂ ਨੇ ਇਹ ਕੰਮ ਕੀਤਾ ਤੇ ਬਾਈਬਲ ਨੇ ਸਾਫ਼ ਦੱਸ ਦਿੱਤਾ ਕਿ ਉਸਨੇ ਇਹ ਕੰਮ ਕੀਤਾ। ਜੋ ਉਹਨਾਂ ਤੋਂ ਪੈਦਾ ਹੋਇਆ, ਬਾਈਬਲ ਸਾਨੂੰ ਸਾਫ਼ ਦੱਸਦੀ ਕਿ ਉਹਨਾਂ ਤੋਂ ਕੀ ਪੈਦਾ ਹੋਇਆ, ਔਰ ਜਿਹੜੇ ਉਹਨਾਂ ਤੋਂ ਪੈਦਾ ਹੋਏ ਉਹ ਕਿੱਥੇ ਕਿੱਥੇ ਜਾ ਕੇ ਵਸੇ। ਇੱਕ ਥੋੜਾ ਜਿਹਾ ਇੱਕ ਹੈਗਾ, ਕਿਉਂਕਿ ਹੁਣ ਅਸੀਂ ਮੁੜ ਕੇ ਅਮੋਨੀਆ ਤੇ ਬਹੁਤ ਦੇਰ ਬਾਅਦ ਆਉਣਾ ਹੈ। ਸੋ ਲੈਟ ਅਸ ਸੀ ਇੱਕ ਚੀਜ਼ ਸਭ ਮੈਂ ਤੁਹਾਨੂੰ ਦਿਖਾਉਣੀ ਮੰਗਦਾ। ਔਰ ਇਹ ਹੈ ਮੈਪ ਜਿਹੜਾ ਅਬਰਾਹਮ ਦੇ ਸਮੇਂ ਦੇ ਵਿੱਚ ਸੀ, ਔਰ ਅਸੀਂ ਦੇਖਦੇ ਪਏ ਹਾਂ ਕਿ ਜਿਹੜਾ ਉਸ ਵੇਲੇ ਹਰਿਆ ਭਰਿਆ ਇਲਾਕਾ ਸੀ, ਅੰਗਾਦੀ ਦਾ ਜਿਹੜਾ ਸਾਰਾ ਇਲਾਕਾ ਸੀ ਹਰਿਆ ਭਰਿਆ ਸੀ। ਇਸ ਦੇ ਲਈ ਲੂਤ ਨੇ ਆਪਣੇ ਜਿਹੜਾ ਉਸਦਾ ਅੰਕਲ ਸੀ, ਉਸਦਾ ਤਾਇਆ ਸੀ, ਉਸਨੂੰ ਛੱਡ ਕੇ ਤੇ ਉਸਨੇ ਕਿਹਾ ਸੀ ਕਿ ਮੈਂ ਇੱਧਰਲੇ ਇਲਾਕੇ ਨੂੰ ਚਲੇ ਜਾਣਾ। ਇਹ ਜਿਹੜਾ ਇਲਾਕਾ ਹੈ ਹਰਿਆ ਭਰਿਆ ਸੀ, ਔਰ ਇਸ ਨੂੰ ਡੈਡ ਸੀ ਕਿਹਾ ਜਾਂਦਾ ਕਿਉਂਕਿ ਇਹ ਇਲਾਕਾ ਸੀ ਜਿਸ ਦੇ ਉੱਤੇ ਪ੍ਰਭੂ ਨੇ ਜਿਹੜਾ ਸਾਦਮ ਤੇ ਗਮੋਰਾ ਦਾ ਇਲਾਕਾ ਸੀ ਉਹ ਇਸ ਇਲਾਕੇ ਦੇ ਵਿੱਚ ਸੀ। ਔਰ ਜਿਸ ਵੇਲੇ ਈਵਨ ਉਹਨਾਂ ਦੇ ਬੱਚੇ ਪੈਦਾ ਹੋ ਗਏ, ਲੂਤ ਦੇ ਬੱਚੇ ਪੈਦਾ ਹੋ ਗਏ, ਤੇ ਜਿਹੜੇ ਅਮੋਨੀ ਲੋਕ ਸੀ ਉਹ ਇੱਧਰ ਜਾ ਕੇ ਵਸੇ, ਡੈਡ ਸੀ ਦੇ ਇੱਧਰਲੇ ਪਾਸੇ। ਮੁਆਬੀ ਜਿਹੜੇ ਲੋਕ ਸੀ ਉਹ ਇੱਧਰਲੇ ਪਾਸੇ ਜਾ ਕੇ ਵਸੇ। ਔਰ ਅਸੀਂ ਹੁਣ ਦੇਖਣਾ ਹੈ ਕਿ ਜਿਹੜਾ ਅਬਰਾਹਮ ਉਹ ਬੇਸਿਕਲੀ ਉਸ ਇਲਾਕੇ ਤੋਂ ਉੱਠ ਕੇ ਜਿਹੜਾ ਇਸ ਵੇਲੇ ਉਹ ਇੱਥੇ ਬਥੇਲ ਦੇ ਇਲਾਕੇ ਦੇ ਵਿੱਚ ਉਹ ਬੈਠਾ ਹੈ, ਲੇਕਿਨ ਇੱਥੋਂ ਉਸਨੇ ਉੱਠ ਕੇ ਜਿਹੜਾ ਹੈਗਾ ਉਹ
इधरले पासे गरर दा जिहड़ा इलाका आ, इस इलाके दे विच उहने उठ के आ जाना। कारण हैगा क्योंकि इत्थे जिस वेले प्रभु ने अग बढ़ाई है ते उस दे नाल इन्हां सारियां इलाकिਆਂ ਦੇ ਉੱਤੇ ਇਹ सड़े ਤਾਂ नहीं पर असर जरूर पिया। सो इत्थों इस करके इसे करके अब्राहम ਨੂੰ इत्थों उठ के इस इलाके ਦੇ ਵਿੱਚ जाना पिया। सो ये सारे इलाके ਜਿਹੜੇ ਹੈਗੇ ਆ ਸਾਰੀਆਂ ਉਹ ਦਰਿਆ ਜਿਹੜੇ ਹੈਗੇ ਉਹ ਵਗਦੇ ਪਏ ਮੋਸਟਲੀ ਉਹਨਾਂ ਦੇ ਨਾਂ ਤੇ ਹੀ ਇਲਾਕਿਆਂ ਦੇ ਨਾਂ ਰੱਖੇ ਹੁੰਦੇ ਸੀ। ਜਿਹੜਾ ਅਸੀਂ ਨੰਬਰ 19 ਦੇਖਦੇ ਪਏ ਇੱਥੇ ਆ ਕੇ ਅਬਰਾਹਮ ਜਿਹੜਾ ਸੀਗਾ ਉਸਨੇ ਆ ਕੇ ਡੇਰੇ ਲਾਉਣੇ, ਜਿਹੜਾ ਅਸੀਂ ਹੁਣ ਪ੍ਰਭੂ ਦੇ ਵਚਨ ਦੇ ਵਿੱਚ ਦੇਖਾਂਗੇ। ਸੋ ਆਓ ਅਸੀਂ 20ਵੇਂ ਭਾਗ ਦੇ ਵਿੱਚ ਦੇਖੀਏ ਔਰ 20ਵੇਂ ਭਾਗ ਦੇ ਵਿੱਚ ਅਬਰਾਹਮ ਜਿਹੜਾ ਸੀ ਉਹ ਹੁਣ ਉੱਥੋਂ ਉੱਠ ਕੇ ਚੱਲ ਪਿਆ। ਸੋ ਕੋਈ ਜਾਣਾ ਇਸ ਦੀਆਂ ਇੱਕ ਤੋਂ ਲੈ ਕੇ ਅਸੀਂ ਇਸ ਦੀਆਂ 14 15 ਇਸ ਦੀਆਂ 18 ਆਇਤਾਂ ਅਸੀਂ ਪੜ੍ਹ ਦਿੰਦੇ ਹਾਂ। ਸੋ ਕਿਉਂਕਿ ਇਹ ਹੁਣ ਪ੍ਰਭੂ ਨੇ ਉਸ ਨੂੰ ਵਾਅਦਾ ਦਿੱਤਾ ਕਿ ਤੇਰੇ ਘਰ ਪੁੱਤਰ ਦੀ ਦਾਤ ਹੋਏਗੀ। ਔਰ ਹੁਣ ਕਿਉਂਕਿ ਵੈਰੀ ਨੂੰ ਇਸ ਚੀਜ਼ ਦਾ ਪਤਾ ਹੈ ਕਿ ਇਟ ਇਜ਼ ਨਾਟ ਅਯੂਬ ਨੀਗਾ, ਅਯੂਬ ਨੂੰ ਨਹੀਂ ਰੱਬ ਨੇ ਚੁਣਿਆ। ਇਸ ਤੋਂ ਪਹਿਲਾਂ ਜਿਹੜਾ ਉਹਦਾ ਧਿਆਨ ਸੀ ਉਹ ਅਯੂਬ ਤੇ ਲੱਗਾ ਸੀ। ਅਯੂਬ ਹਾਲੇ ਜਿੰਦਾ ਹੈ, ਅਯੂਬ ਹਾਲੇ ਮਰਿਆ ਨਹੀਂ। ਅਸੀਂ ਗਾਂ ਜਾ ਕੇ ਦੇਖਾਂਗੇ ਕਿ ਅਯੂਬ ਦੀ ਮੌਤ ਕਿੱਥੇ ਹੁੰਦੀ ਪਈ ਹੈ। ਔਰ ਦੂਸਰੀ ਚੀਜ਼ ਇਹ ਆ ਕਿ ਈਵਨ ਜਿਹੜਾ ਨੋਹਾ ਦਾ ਪੁੱਤਰ ਸ਼ੈਮ ਜਿਹੜਾ ਕਸ਼ਤੀ ਦੇ ਵਿੱਚ ਸੀ, ਜਿਹੜਾ ਉਸ ਨੋਹਾ ਦੀ ਆਰਕ ਦੇ ਵਿੱਚ ਸੀ, ਉਹ ਵੀ ਹਾਲੇ ਜਿੰਦਾ, ਉਹ ਵੀ ਨਹੀਂ ਹਾਲੇ। ਸੋ ਜਿਸ ਲਈ ਅਸੀਂ ਬਾਈਬਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਕਿੱਦਾਂ ਇਹ ਸਾਰੀਆਂ ਕੌਮਾਂ ਬਣੀਆਂ ਔਰ ਕਿੱਦਾਂ ਪ੍ਰਭੂ ਦਾ ਵਚਨ ਜਿਹੜਾ ਬਚਿਆ ਰਿਹਾ, ਕਿੱਦਾਂ ਇਹ ਦੰਦ ਕਥਾਵਾਂ ਨਹੀਂ ਹੈਗੀਆਂ। ਕਿਉਂਕਿ ਜਦੋਂ ਇਹ ਸਾਰਾ ਲਿਖਤ ਦੇ ਰੂਪ ਦੇ ਵਿੱਚ ਆਉਣ ਤੱਕ ਜਿਹੜੇ ਉਹ ਲੋਕ ਜਿਉਂਦੇ ਆ, ਉਹ ਮਰੇ ਨਹੀਂ ਗੇ। ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰ ਸਕਦੇ ਹਾਂ। ਜਿੱਦਾਂ ਬਹੁਤ ਸਾਰੇ ਕਹਿ ਦਿੰਦੇ ਕਿ ਨਾ ਜੀ ਬਾਈਬਲ ਤਾਂ ਦੰਦ ਕਥਾ, ਕਿਉਂਕਿ ਉਹਨਾਂ ਨੇ ਪੜ੍ਹ ਲਿਆ ਕਿ ਮੁੜ ਕੇ ਉਹਨਾਂ ਦਾ ਜ਼ਿਕਰ ਨਹੀਂ ਆਉਂਦਾ ਪਿਆ, ਉਹ ਸਾਲਾਂ ਨੂੰ ਦੇਖਦੇ ਨਹੀਂ ਪਏ, ਉਹਨਾਂ ਦੀਆਂ ਉਮਰਾਂ ਨੂੰ ਨਹੀਂ ਦੇਖਦੇ ਪਏ, ਰਾਈਟ। ਸੋ ਇਸ ਕਰਕੇ ਉਹਨਾਂ ਨੂੰ ਉਹ ਜਿਸ ਵੇਲੇ ਉਹਨਾਂ ਨੇ ਪੜ੍ਹ ਲਿਆ ਕਿ ਉਹਦੇ 3 ਪੁੱਤਰ ਸੀ, ਇੱਕ ਦਾ ਨਾਂ ਸ਼ੈਮ ਸੀ, ਦੂਸਰੇ ਦਾ ਨਾਂ ਯਾਫਤ ਸੀ, ਇੱਕ ਦਾ ਨਾਂ ਹਾਮ ਸੀ। ਹਾਮ ਦੇ ਪੁੱਤਰ ਕਨਾਨ ਨੇ ਨੋਹਾ ਦੇ ਨਾਲ ਕੀ ਕੀਤਾ, ਉਸਨੇ ਕਨਾਨ ਨੂੰ ਸਰਾਪ ਦੇ ਦਿੱਤਾ। ਕਨਾਨ ਦੇ ਨਾਲ ਹਾਮ ਨੂੰ ਵੀ ਸਰਾਪ ਮਿਲ ਗਿਆ ਔਰ ਉਹਦੇ ਜਿਹੜੇ 2 ਭਰਾ ਸੀਗੇ ਉਹਨਾਂ ਨੂੰ ਬਰਕਤਾਂ ਮਿਲ ਗਈਆਂ। ਉਸ ਤੋਂ ਬਾਅਦ ਅਸੀਂ ਸਿਰਫ ਇਹ ਪੜ੍ਹਦੇ ਹਾਂ ਕਿ ਜੀ ਨੋਹਾ ਦੇ 3 ਪੁੱਤਰ ਸੀ ਔਰ ਉਹਦੇ ਵਿੱਚ ਜਿਹੜੇ 3 ਪੁੱਤਰਾਂ ਦੇ ਨਾਂ ਆ ਜਾਂਦੇ, ਫਿਰ ਉਹਨਾਂ ਦੀਆਂ ਔਲਾਦਾਂ ਦੇ ਨਾਂ ਆ ਸੀ ਤੇ ਉਹਨਾਂ ਦੀਆਂ ਔਲਾਦਾਂ ਦੇ ਨਾਂ ਆ ਸੀ। ਫਿਰ ਪ੍ਰਭੂ ਉਹ ਇੱਕ ਲਾਈਨ ਨੂੰ ਲੈ ਕੇ ਤੁਰ ਪੈਂਦਾ ਆ। ਫਿਰ ਨਾਲ ਹੀ ਸਾਨੂੰ ਆ ਜਾਂਦਾ ਹੈਗਾ ਆ ਕਿ ਹਾਮ ਦੀਆਂ ਜਿਹੜੀਆਂ ਔਲਾਦਾਂ ਉਹ ਕੀ ਕੰਮ ਕਰਦੀਆਂ ਪਈਆਂ ਸੀਗੀਆਂ। ਉਹਨਾਂ ਦੇ ਵਿੱਚ ਬੜੇ ਬਹਾਦਰ ਪੈਦਾ ਹੋਏ। ਸਾਰੀਆਂ ਚੀਜ਼ਾਂ ਅਸੀਂ ਉਹ ਪੜ੍ਹਨ ਲੱਗ ਪੈਂਦੇ ਹਾਂ। ਬਾਬਲ ਦੇ ਬੁੱਤ ਤੇ ਬੁਰਜ ਦੇ ਉੱਤੇ ਚਲ ਜਾਂਦੇ ਹਾਂ। ਬਾਬਲ ਦੇ ਬੁਰਜ ਤੋਂ ਅਸੀਂ ਜਿੱਦਾਂ ਕਿ ਉਹ ਉੱਥੋਂ, ਕਿਉਂਕਿ ਇਹ ਬਹੁਤ ਵੱਡੀ ਹਿਸਟਰੀ ਨੂੰ ਬੜਾ ਸ਼ੋਰਟ ਕਰਕੇ ਲਿਖਿਆ ਹੈ। ਕਿਉਂਕਿ ਅਗਰ ਉਤਪਤ ਦੀ ਕਿਤਾਬ ਦੀਆਂ ਸਾਰੀਆਂ ਚੀਜ਼ਾਂ ਨੂੰ ਲਿਖਿਆ ਜਾਵੇ ਤਾਂ ਉਤਪਤ ਦੀਆਂ ਕਿਤਾਬ ਦੀਆਂ ਹੀ ਬਾਈਬਲ ਜਿੱਡੀਆਂ 10 ਕਿਤਾਬਾਂ ਬਣ ਸਕਦੀਆਂ। It's so much. ਸੋ ਬਹੁਤ ਵੱਡੀ ਹਿਸਟਰੀ ਨੂੰ ਜਿਸ ਤਰ੍ਹਾਂ ਤੁਸੀਂ ਇਹ ਕਰੋ ਕਿ ਤੁਹਾਨੂੰ ਕੋ ਕਵੇ ਕਿ ਤੂੰ ਆਪਣੀ ਸਾਰੀ ਜ਼ਿੰਦਗੀ ਦੀ ਸਟੋਰੀ ਇੱਕ ਪੇਜ ਤੇ ਲਿਖ, ਤੁਸੀਂ ਫਟਾਫਟ ਜਿਸ ਤਰ੍ਹਾਂ ਕਿ ਮੇਰਾ ਜਨਮ ਕਿੱਥੇ ਹੋਇਆ, ਮੇਰੇ ਮਾਂ-ਬਾਪ ਦਾ ਨਾਂ ਕੀ ਸੀ ਔਰ ਮੈਂ ਕਿਹੜੀ ਕੌਮ ਦੇ ਵਿੱਚ ਪੈਦਾ ਹੋਇਆ, ਮੈਂ ਕਿਹੜੀਆਂ ਬੋਲੀਆਂ ਦੇ ਵਿੱਚ ਪੈਦਾ ਹੋਇਆ, ਕਿਹੜੇ ਇਲਾਕੇ ਦੇ ਵਿੱਚ ਪੈਦਾ ਹੋਇਆ, ਫਿਰ ਮੈਂ ਆਪਣੀ 10ਵੀਂ ਕਲਾਸ ਕਿੱਥੋਂ ਪਾਸ ਕੀਤੀ, ਫਿਰ ਮੈਂ ਕੰਮ ਕਿੱਥੋਂ ਕੀਤਾ, ਫਿਰ ਮੈਂ ਕੈਨੇਡਾ ਆ ਗਿਆ, ਫਿਰ ਮੈਂ ਕੈਨੇਡਾ ਆ ਕੇ ਕਿੱਥੋਂ ਕੀਤਾ, ਮੇਰਾ ਵਿਆਹ ਹੋ ਗਿਆ, ਮੇਰੇ ਇੰਨੇ ਬੱਚੇ ਹੋ ਗਏ, ਹੁਣ ਮੈਂ 60 ਸਾਲਾਂ ਦਾ, ਹੁਣ ਮੈਂ 50 ਸਾਲਾਂ ਦਾ, ਹੁਣ ਮੈਂ 40 ਸਾਲਾਂ ਦਾ। ਤੇ ਉਹ ਇੱਕ ਦੇਖਣ ਕਿੰਨਾ ਕੁਛ ਹੋਇਆ ਉਹਦੇ ਵਿੱਚ। ਅਗਰ ਇੱਕ ਇਵੈਂਟ ਤੇ ਧਿਆਨ ਦਈਏ, ਇੱਕ ਸਾਲ ਤੇ ਧਿਆਨ ਦਈਏ, ਤਾਂ ਆਬਵੀਅਸਲੀ ਅਸੀਂ ਆਪਣੀ ਸਾਰੀ ਜ਼ਿੰਦਗੀ ਦੇ ਉੱਤੇ ਕਿਤਾਬ ਲਿਖ ਸਕਦੇ, ਰਾਈਟ।
ये तो फिर भी इंसानियत दी हिस्ट्री, इस धरती का इतिहास है जिहड़ा असीं पढ़दे पए, ये कितना विशाल होएगा। ठीक, सो आओ असीं इत्थे अज पढ़ांगे सिर्फ एक तो लैके 13 तक। कल नूं फिर असीं इस हिस्से नूं खोल के देखांगे। सो हुण बैरी दा जिहड़ा ध्यान आ ओह अब्राहम दे वल हो गया। सो आओ इसनूं जिसनूं मिल जाए 1 ਤੋਂ ਲੈ ਕੇ 13 ਤੱਕ। ਅਬਰਾਹਮ ਅਤੇ ਅਬੀਮਲਕ। ਤਦ ਅਬਰਾਹਮ ਉੱਥੋਂ ਦੱਖਣ ਦੇ ਪਾਸੇ ਗਿਆ ਅਤੇ ਕਾਦੇਸ਼ ਅਤੇ ਸੂਰ ਦੇ ਇਲਾਕਿਆਂ ਦੇ ਵਿੱਚ ਰਹਿਣ ਲੱਗਾ, ਪਰ ਪਿੱਛੋਂ ਗਰਾਰ ਦੇ ਇਲਾਕੇ ਵਿੱਚ ਚਲਾ ਗਿਆ। ਅਬਰਾਹਮ ਨੇ ਸਾਰਾ ਦੇ ਬਾਰੇ ਕਿਹਾ, ਇਹ ਮੇਰੀ ਭੈਣ ਹੈ। ਇਸ ਲਈ ਗਰਾਰ ਦੇ ਰਾਜਾ ਅਬੀਮਲਕ ਨੇ ਸਾਰਾ ਨੂੰ ਆਪਣੇ ਲਈ ਮੰਗ ਲਿਆ। ਪਰ ਪਰਮੇਸ਼ਵਰ ਨੇ ਸੁਪਨੇ ਵਿੱਚ ਅਬੀਮਲਕ ਨੂੰ ਦਿਖਾਈ ਦੇ ਕੇ ਕਿਹਾ, ਦੇਖ ਤੂੰ ਮਰਨ ਵਾਲਾ ਹੈ, ਕਿਉਂਕਿ ਤੂੰ ਜਿਸ ਨੂੰ ਆਪਣੇ ਘਰ ਲੈ ਆਇਆ ਹੈ ਉਹ ਉਸ ਆਦਮੀ ਦੀ ਪਤਨੀ ਹੈ। ਅਬੀਮਲਕ ਅਜੇ ਸਾਰਾ ਕੋਲ ਗਿਆ ਹੀ ਸੀ, ਇਸ ਲਈ ਉਸਨੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ, ਕੀ ਤੂੰ ਨਿਰਦੋਸ਼ੀਆਂ ਦਾ ਘਾਤ ਕਰੇਂਗਾ? ਕੀ ਅਬਰਾਹਮ ਨੇ ਆਪ ਹੀ ਨਹੀਂ ਕਿਹਾ ਸੀ ਉਹ ਮੇਰੀ ਭੈਣ ਹੈ? ਫਿਰ ਸਾਰਾ ਨੇ ਵੀ ਕਿਹਾ, ਉਹ ਮੇਰਾ ਭਰਾ ਹੈ। ਮੈਂ ਤਾਂ ਜੋ ਵੀ ਕੀਤਾ ਦਿਲ ਦੀ ਪੂਰੀ ਸਫਾਈ ਨਾਲ ਕੀਤਾ ਸੀ। ਤਦ ਪਰਮੇਸ਼ਵਰ ਨੇ ਅਬੀਮਲਕ ਨੂੰ ਕਿਹਾ, ਹਾਂ, ਇਹ ਠੀਕ ਹੈ ਕਿ ਤੂੰ ਜੋ ਵੀ ਕੀਤਾ ਪੂਰੀ ਦਿਲ ਦੀ ਸਫਾਈ ਨਾਲ ਕੀਤਾ। ਇਸੇ ਲਈ ਮੈਂ ਤੈਨੂੰ ਆਪਣੇ ਵਿਰੁੱਧ ਪਾਪ ਨਾ ਕਰਨ ਦਿੱਤਾ ਅਤੇ ਨਾ ਹੀ ਤੈਨੂੰ ਉਸ ਔਰਤ ਨੂੰ ਹੱਥ ਲਾਉਣ ਦਿੱਤਾ। ਤੂੰ ਉਸ ਔਰਤ ਨੂੰ ਉਸਦੇ ਘਰ ਵਾਲੇ ਨੂੰ ਮੋੜ ਦੇ। ਉਹ ਆਦਮੀ ਨਬੀ ਹੈ, ਉਹ ਤੇਰੇ ਲਈ ਪ੍ਰਾਰਥਨਾ ਕਰੇਗਾ ਤੇ ਤੂੰ ਬਚ ਜਾਵੇਂਗਾ। ਪਰ ਤੂੰ ਜੇਕਰ ਉਸ ਔਰਤ ਨੂੰ ਵਾਪਸ ਨਹੀਂ ਮੋੜੇਂਗਾ ਤਾਂ ਸੱਚਮੁੱਚ ਤੂੰ ਅਤੇ ਤੇਰਾ ਟੱਬਰ ਮਰ ਜਾਵੋਗੇ। ਸੋ ਅਬੀਮਲਕ ਨੇ ਅਗਲੀ ਸਵੇਰੇ ਆਪਣੇ ਦਰਬਾਰੀਆਂ ਨੂੰ ਸੱਦ ਕੇ ਸਭ ਗੱਲਾਂ ਦੱਸੀਆਂ ਅਤੇ ਉਹ ਸਭ ਇਹ ਸੁਣ ਕੇ ਡਰ ਗਏ। ਤਦ ਅਬੀਮਲਕ ਨੇ ਅਬਰਾਹਮ ਨੂੰ ਸੱਦ ਕੇ ਕਿਹਾ, ਤੂੰ ਸਾਡੇ ਨਾਲ ਕੀ ਕੀਤਾ? ਮੈਂ ਤੇਰੇ ਨਾਲ ਕਿਹੜਾ ਬੁਰਾ ਵਰਤਾਅ ਕੀਤਾ ਸੀ ਕਿ ਤੂੰ ਮੇਰੇ ਅਤੇ ਮੇਰੀ ਪ੍ਰਜਾ ਦੇ ਉੱਤੇ ਇਹ ਮੁਸੀਬਤ ਲਿਆਂਦੀ? ਤੂੰ ਮੇਰੇ ਵਿਰੁੱਧ ਉਹ ਕੰਮ ਕੀਤਾ ਹੈ ਜੋ ਕੋਈ ਦੂਜਾ ਨਹੀਂ ਕਰ ਸਕਦਾ। ਤੂੰ ਇਹ ਸਭ ਮੇਰੇ ਨਾਲ ਕੀ ਸੋਚ ਕੇ ਕੀਤਾ? ਅਬਰਾਹਮ ਨੇ ਉੱਤਰ ਦਿੱਤਾ, ਮੈਂ ਇਹ ਸਭ ਇਸੇ ਲਈ ਕੀਤਾ ਕਿਉਂਕਿ ਮੈਂ ਸੋਚਦਾ ਸਾਂ ਕਿ ਇਸ ਥਾਂ ਤੇ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ ਅਤੇ ਤੇਰੇ ਲੋਕ ਮੈਨੂੰ ਮੇਰੀ ਪਤਨੀ ਦੇ ਕਾਰਨ ਮਾਰ ਦੇਣਗੇ। ਦੂਜਾ ਇਹ ਵੀ ਸੱਚ ਹੈ ਕਿ ਉਹ ਮੇਰੀ ਪਿਤਾ ਵੱਲੋਂ ਭੈਣ, ਪਰ ਮਾਂ ਵੱਲੋਂ ਨਹੀਂ। ਅਸੀਂ ਦੋਵੇਂ ਇੱਕੋ ਹੀ ਪਿਓ ਤੋਂ ਪੈਦਾ ਹੋਏ, ਪਰ ਸਾਡੀਆਂ ਮਾਵਾਂ ਵੱਖ-ਵੱਖ ਹਨ, ਪਰ ਪਿੱਛੋਂ ਅਸੀਂ ਦੋਹਾਂ ਨੇ ਵਿਆਹ ਕਰ ਲਿਆ। ਇਸ ਲਈ ਜਦੋਂ ਪਰਮੇਸ਼ਵਰ ਨੇ ਮੈਨੂੰ ਆਪਣੇ ਘਰ ਤੋਂ ਨਿਕਲਣ ਲਈ ਕਿਹਾ ਤਾਂ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਹਰ ਥਾਂ ਮੇਰੇ ਬਚਾਅ ਲਈ ਕਹਿਣਾ, ਉਹ ਮੇਰਾ ਭਰਾ ਹੈ। ਬਾਕੀ ਦੀਆਂ ਚੀਜ਼ਾਂ ਅਸੀਂ ਕੱਲ ਨੂੰ ਦੇਖਾਂਗੇ। ਸੋ ਹੁਣ ਉਹ ਕਾਵਾਂ ਨੇ, ਉਹ ਜਾਨਵਰਾਂ ਨੇ ਝਪੱਟੇ ਮਾਰਨੇ ਸ਼ੁਰੂ ਕਰ ਦਿੱਤੇ। ਸ਼ੈਤਾਨ ਦੀ ਜਿਹੜੀ ਸਭ ਤੋਂ ਵੱਡੀ ਚਾਲ ਇਹ ਸੀ ਇੱਥੇ ਕਿ ਜੋ ਕਿ ਉਹ ਸਾਰਾ ਨੂੰ ਦੂਸ਼ਿਤ ਕਰ ਦੇਵੇ ਔਰ ਜਿਹੜਾ ਬੱਚਾ ਉਹਦੇ ਤੋਂ ਪੈਦਾ ਹੋਣਾ ਉਹ ਉਸ ਦੇ ਵਿੱਚ ਰੁਕਾਵਟ ਪਾਉਣੀ ਚਾਹੁੰਦਾ ਸੀ। ਉਸਨੂੰ ਇਸ ਚੀਜ਼ ਦਾ ਪੱਕਾ ਪਤਾ, ਉਸਨੂੰ ਇਸ ਚੀਜ਼ ਦਾ ਪੂਰਾ ਪਤਾ ਲੱਗ ਚੁੱਕਾ ਕਿ ਪ੍ਰਭੂ ਨੇ ਉਹਦਾ ਧਿਆਨ ਭਟਕਾਉਣ ਦੇ ਲਈ ਉਸਨੂੰ ਜਿਸ ਵੇਲੇ ਉਹ ਦੂਸਰੇ ਪਾਸੇ ਗਿਆ ਸੀ, ਅਯੂਬ ਦੇ ਵੱਲ ਗਿਆ ਸੀ, ਤੇ ਉੱਥੇ ਉਹ ਧਰਤੀ ਤੇ ਤੁਰਿਆ ਫਿਰਦਾ, ਦੇਖਦਾ ਫਿਰਦਾ ਸਾਰਾ ਕੁਛ। ਔਰ ਪ੍ਰਭੂ ਨੇ ਉਸਨੂੰ ਪੁੱਛਿਆ ਕਿ ਤੂੰ ਮੇਰੇ ਬੰਦੇ ਅਯੂਬ ਨੂੰ ਦੇਖਿਆ? ਧਰਤੀ ਤੇ ਉਸਦੇ ਵਰਗਾ ਕੋਈ ਨਹੀਂ। ਔਰ ਦੇਖ ਉਹ ਕਿਸ ਤਰ੍ਹਾਂ ਮੇਰੀ ਉਪਾਸਨਾ ਕਰਦਾ ਹੈ, ਉਹਦੀ ਜ਼ਿੰਦਗੀ ਦੇਖ ਕਿੰਨੀ ਭਰੀ ਹੈ। ਔਰ ਉਹ ਕਹਿੰਦਾ ਤੂੰ ਉਹਨੂੰ ਭਾਗ ਵੀ ਬਹੁਤ ਲਾਇਆ। ਦੇਖ ਉਹਦੇ ਕੋਲ ਕਿਹੜੀ ਚੀਜ਼ ਹੈ, ਤੂੰ ਉਹਨੂੰ ਕਿਹੜੀ ਚੀਜ਼ ਨਹੀਂ ਦਿੱਤੀ। ਸੋ ਅਸੀਂ ਉੱਥੇ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਉਹਦਾ ਧਿਆਨ ਉਧਰ ਨੂੰ ਕੀਤਾ। ਤੂੰ ਹੁਣ ਉਹ ਤੇ ਕੋਈ ਸਜ਼ਾ ਕਰ, ਤੂੰ ਉਹ ਕਹਿੰਦਾ ਠੀਕ ਆ, ਤੂੰ ਜੋ ਤੋਂ ਖੋਣਾ ਖੋਲ। ਤੇ ਉਸਨੇ ਜਾ ਕੇ ਉਸਦੇ ਬੱਚੇ ਵੀ ਮਾਰ ਦਿੱਤੇ, ਉਸਦੇ ਜਿਹੜੇ ਖੇਤ ਸੀਗੇ ਉਹ ਵੀ ਉਜਾੜ ਦਿੱਤੇ, ਉਸਨੇ ਉਸਦੇ ਨੌਕਰ ਵੀ ਮਾਰ ਦਿੱਤੇ, ਉਸਨੇ ਯਾਨੀ ਕਿ ਜੋ ਕੁਛ ਉਸ ਕੋਲ ਸੀਗਾ ਬੱਚਿਆਂ ਸਮੇਤ ਉਹਨੇ ਸਭ ਕੁਛ ਨਾਸ਼ ਕਰ ਦਿੱਤਾ। ਤੇ ਉਸਨੇ ਸੋਚਿਆ ਕਿ ਹੁਣ ਅਯੂਬ ਜਿਹੜਾ ਟੁੱਟ ਗਿਆ। ਪਰ ਪ੍ਰਭੂ ਨੇ ਉਸਨੇ
अपने कपड़े पाड़े, सभा दे विच बैठा, उसने कहा प्रभु का नाम मुबारक होवे। काफी समा पै गया, 1-2 दिन की गल नहीं, तो फिर गया उत्थे, उसने कहा देखा तू मेरे बंदा अयूब देखा, उन्हें पिछे नहीं वो मुड़िया, लै कहंदा अपनी जान दे लई बंदा कुछ भी कर सकदा, तू हुण तू ओदे आले दुआले अपना हुण हथ चक, फिर देखी उते की करदा। सो धरती ते आया, उन घोड़ियां दे नाल भर दिता। तो प्रभु ने कहा तू असीं जान नहीं दे सकदा, असीं पता नहीं शैतान नूं की कुछ बना लेंगे, पर उन्होंने भी आज्ञा मननी पैंदी है, तो उसकी जान नहीं ले सकदा। फिर वो मित्र आ गए, उन्होंने नाल काफी चिर गलबात चलती रही, सारा कुछ चलता रहा, वो उत्थे बिजी रहा। हुण कुछ कहू, ये हुण कुछ कहू प्रभु दे खिलाफ, ये हुण कुछ कहू प्रभु दे खिलाफ, लेकिन फिर भी गल नहीं बनी। सो प्रभु ने उसनूं जिसले सारा कुछ ठीक हो गया, उसनूं मुड़ के बच्चे दे के सारियां चीजां हो गईयां, ते दूजे पासे इधर अब्राहम की लड़ाई चल रही। सौदम और गमोरा जिहड़ा ओहदा गढ़ सीगा शैतान दा, जिथे वो अपने ਲਈ वो सारियां चीजां पैदा कर रहा सी, वो जिहड़ा लोकां जिहड़े भटके सी उन्हां नूं होर भटकियां नूं होर भटकाउंदा, जिहड़े भटके सी उन्हां नूं भटका के वो शुरू होया सी। प्रभु ने जिहड़े उत्थे सजा दित्ती, उसने देखिया कि ये तो कुछ होर चलदा पिया इत्थे। फिर उसने 2 काम कीते। सब तो पहला लूत दियां कुड़ियां तो उसने ये 2 कौमां पैदा की। फिर हुण सारा नूं दूषित करने दे लिया, लेकिन देखो प्रभु कितना अपना टाइम। ਮਾਸਟਰ ਜੀ ਦੁਆ ਕਰਨ ਤੋਂ ਪਹਿਲਾਂ ਮੈਂ ਪ੍ਰਭੂ ਦੀ ਸ਼ੁਕਰਗੁਜ਼ਾਰੀ ਕਰਨਾ ਚਾਹੁੰਦੀ ਹਾਂ। ਮੈਂ 2 ਚੀਜ਼ਾਂ ਲਈ ਗੁਪਤ ਅਰਦਾਸ ਕਰਦੀ ਸੀ ਪ੍ਰਭੂ ਅੱਗੇ। ਇੱਕ ਮੇਰੀ ਪੂਰੀ ਹੋ ਗਈ ਆ ਤੇ ਦੂਜੀ ਪ੍ਰਭੂ ਛੇਤੀ ਕਰੇਗਾ। ਮੈਂ ਲੱਖ ਸ਼ੁਕਰ ਕਰਦੀ ਹਾਂ ਉਹਦਾ। प्रभु जी तेरा बहुत शुक्र करते हैं, तेरी दया तेरे रहम दे लई, और तू साडे नाल किन्नी नजदीकी दे नाल अभी जो एक राजा सी, अभी मलक जिसका नाम अभी सी, प्रभु तू किस तरह अब्राहम तो सारा नूं बचाया, और किस तरह तू प्रभु जी एक नवी जगह ते एक बार फिर जिथे तू उन्होंने बसाउण जा रहे हैं, किदां तो एक बड़ा दरवाजा जांदियां दे लई एक बड़ा दरवाजा खोल, तू किदां साडे नाल बनिया, किदां तू सानू बचाउणा, किदां तू सारा मेरे बचाउणा पिया प्रभु जी। इस ते असीं तेरा शुक्र कर। सो प्रभु जी तेरी इहो ही राखी, तेरा इहो ही साथ साडे सब दे नाल बनिया, जद तो लग जा हुण तो लैके असीं कल जद दोबारा मिलीए, अरे इन्हां सारियां हिस्सियां नूं देखिए, तेरा साथ देखिए, तेरी हजूरी देखिए, तो प्रभु जी तेरियां बरकतां साडे सब दे नाल। असीं एक बार फिर साडा विश्वास की मजबूती बढ़े, तेरा साथ बढ़े, साडियां अखां तेरे वल लगन, तेरे प्यार दे वल लगन। दयालु कृपालु गुस्सा करने विच मट्ठा, प्यार करने वाला परमेश्वर, माफ करने वाला परमेश्वर, और यसू दे करके तू सब कुछ करता, यसू दे करके सानू सब कुछ, यसू दे करके ही प्रभु जी अब्राहम ने सब कुछ मिलता। तेरियां अखां तेरी राखी इस तरह साडे नाल रखी, मसीह यसू दे मिठे और प्यारे नाम च, और सारे भैन भरा ब्लेस यू। कल नूं दोबारा मिलांगे, और कल नूं असीं अभिमलक दा ये हिस्सा दोबारा देखांगे, और इत्थों प्रभु जी दी बरकत। पास्टर जी
ਉਹ ਜਿਹੜਾ ਇਹ ਸਦੂਮ ਤੇ ਅਮੂਰਾ ਇਹ ਦੋ ਨਗਰ ਆ, ਇਹ ਅੱਜ ਕੱਲ ਜਾਰਡਨ ਚ ਆ ਕਿ ਇਹ ਇਸਰਾਇਲ ਚ ਆ? ਇਹ ਐਕਚੁਅਲੀ ਇਸਰਾਇਲ ਦਾ ਇਲਾਕਾ ਆ। ਜਿਹੜਾ ਹੈਗਾ ਆ ਦੂਜਾ ਡੈਡ ਸੀ ਜਿਹੜਾ ਹੈਗਾ ਨਾ, ਜਿਹਨੂੰ ਅਸੀਂ ਕਹਿੰਦੇ ਹੈਗੇ ਆ ਜਿਹੜਾ ਲੂਣ ਦਾ ਜਿਹੜਾ ਹੈਗਾ ਆ ਸਮੁੰਦਰ ਜਿਹਨੂੰ ਕਹਿੰਦੇ, ਹਾਂਜੀ, ਉਹ ਗੱਬਿਓਂ ਇਹਨਾਂ ਨੇ ਵੰਡਿਆ ਹੈ। ਅੱਧਾ ਜਿਹੜਾ ਉਹ ਜੋਰਡਨ ਦੇ ਕੋਲ ਆ, ਅੱਧਾ ਜਿਹੜਾ ਆ ਉਹ ਇਜ਼ਰਾਈਲ ਦੇ ਕੋਲ। ਸੋ ਜਿਹੜੀ ਲਾਈਨ ਆ ਉਹਦੇ ਗੱਬੇ ਦੀ ਜਾਂਦੀ, ਜਿਹੜੀ ਬੋਰਡਰ ਲਾਈਨ ਆ ਨਾ ਉਹਦੇ ਗੱਬੇ ਦੀ ਜਾਂਦੀ। ਸੋ ਜਿਹੜੇ ਲੋਕ ਹੁਣ ਇਹ ਸਦੂਮ ਅਤੇ ਗਮੋਰਾ ਦੇ ਇਲਾਕਿਆਂ ਨੂੰ ਲੱਭਦੇ ਪਏ ਆ, ਉਹਨਾਂ ਨੂੰ ਸਦੂਮ ਦਾ ਇਲਾਕਾ ਤਾਂ ਗਿਆ ਲੱਭ, ਥੱਲੇ ਉਹਨਾਂ ਨੂੰ ਬਿਲਡਿੰਗਾਂ ਵਰਗੇ ਸਟਰਕਚਰ ਲੱਭ ਗਏ ਆ ਜਿਹੜੇ ਥੱਲੇ ਆ, ਪਰ ਥੱਲੇ ਦੇਖਣਾ ਬਹੁਤ ਮੁਸ਼ਕਲ ਆ, ਕਿਉਂਕਿ ਜਿਹੜੀ ਵੀ ਉਹ ਥੱਲੇ ਪਣਡੁੱਬੀ ਘੱਲਦੇ ਆ, ਜਿਹੜੀ ਵੀ ਮਸ਼ੀਨ ਘੱਲਦੇ ਆ, ਤੇ ਉਹ ਸਾਰੀ ਲੂਣ ਦੇ ਨਾਲ ਹੀ ਭਰ ਜਾਂਦੀ। ਔਰ ਜਿਸ ਵੇਲੇ ਉਹ ਬੜੀ ਮੁਸ਼ਕਲ ਦੇ ਨਾਲ 2-3 ਫੋਟੋਆਂ ਖਿੱਚ ਸਕਦੇ ਆ, ਔਰ ਉਹਨਾਂ ਨੂੰ ਵਾਪਸ ਕੱਢ ਕੇ ਤੇ ਫਿਰ ਉਸ ਨੂੰ ਮੁੜ ਕੇ ਸਾਫ਼ ਕਰਨਾ ਕਾਫੀ ਸਮਾਂ ਲੱਗ ਜਾਂਦਾ। ਲੇਕਿਨ ਉਹ ਲੱਗੇ ਹੋਇਆ ਇਸ ਵੇਲੇ, ਉਹਨਾਂ ਨੂੰ ਸਟਰਕਚਰ ਜਿਹੜੇ ਹੈਗੇ ਸਦੂਮ ਦੇ ਸਟਰਕਚਰ ਤਾਂ ਥੱਲੇ ਮਿਲ ਗਏ, ਲੇਕਿਨ ਦੂਸਰੇ ਪਾਸੇ ਜੋਰਡਨ ਨੇ ਹਾਲੇ ਇਜਾਜ਼ਤ ਨਹੀਂ ਦਿੱਤੀ। ਜਿਸ ਤਰ੍ਹਾਂ ਸਾਊਦੀ ਅਰਬ ਨੇ ਜਿਹੜੀ ਮਾਊਂਟ ਸਾਇਨਾਈ ਆ, ਨਹੀਂ ਮਾਊਂਟ ਜਿਹੜਾ ਹੈਗਾ ਆ ਮੂਸਾ ਦਾ ਜਿਹੜਾ ਪਹਾੜ ਆ, ਉਹਦੇ ਤੇ ਜਿਸ ਤਰ੍ਹਾਂ ਉਹ ਇਜਾਜ਼ਤ ਨਹੀਂ ਦਿੰਦੇ ਕਿਸੇ ਨੂੰ ਉੱਥੇ ਜਾਣ ਦੀ, ਸਾਊਦੀ ਅਰਬ ਇਜਾਜ਼ਤ ਨਹੀਂ ਦਿੰਦਾ। ਇਸੇ ਤਰ੍ਹਾਂ ਜਿਹੜੇ ਇਸਰਾਇਲ ਤੋਂ ਤਾਂ ਇਜਾਜ਼ਤ ਮਿਲ ਗਈ ਆ, ਔਰ ਲਿਮਿਟਿਡ ਇਜਾਜ਼ਤ ਉਹਨਾਂ ਨੂੰ ਮਿਲੀ ਆ ਜਿੱਥੋਂ ਉਹ ਥੱਲਿਓਂ ਜਾ ਕੇ ਬਣਾ ਸਕਦੇ ਆ, ਲੇਕਿਨ ਉਹਦਾ ਜਿਹੜਾ ਉਹਨਾਂ ਨੇ ਸਾਗਰ ਆ ਉਹਨੂੰ ਗੱਬਿਓਂ ਕੱਟਿਆ ਹੈ, ਔਰ ਗੱਬੇ ਇੱਕ ਲਾਈਨ ਆ ਜਿਸ ਤਰ੍ਹਾਂ ਬਣੀ, ਔਰ ਅੱਧਾ ਜਿਹੜਾ ਹੈਗਾ ਉਹ ਦੂਸਰੇ ਪਾਸੇ ਜੋਰਡਨ ਦੇ ਵਿੱਚ ਆ, ਤੇ ਅੱਧਾ ਜਿਹੜਾ ਹੈਗਾ ਉਹ ਇਜ਼ਰਾਈਲ ਦੇ ਕੋਲ। ਉਹ ਆਪਾਂ ਅੱਗੇ ਜਾ ਕੇ ਦੇਖਾਂਗੇ ਜਿਸ ਤੇ। ਥੈਂਕ ਯੂ ਜੀ। Bless you.